ਆਪਣੀ ਗੱਲ ਕਹਿ ਨਹੀਂ ਸਕਦੇ, ਆਪਣੀ ਗੱਲ ਲਿਖ ਨਹੀਂ ਸਕਦੇ, ਵਿਥਿਆ ਨਹੀਂ ਕਰ ਸਕਦੇ। ਤੋ ਦਿੱਕਤਾਂ ਦੇ ਵਿੱਚ ਜਿਵੇਂ ਆ, ਫਿਰ ਆ ਕੇ 84 ਆਇਆ, ਤੁਸੀਂ ਸੋਚ ਨਾ ਸਕਦੇ ਹੋ ਵੀ 84 ਚ ਕੀ ਹੋਇਆ। ਸੋ ਬੀਇੰਗ ਅ ਵੂਮਨ, ਮੈਂ ਆਪਣੇ ਤੌਰ ਤੇ ਕੋਈ ਨਹੀਂ ਉਠਾਇਆ, ਲੇਕਿਨ ਜਦੋਂ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਜਵਾਨੀ ਦੀ ਦਹਲੀਜ਼ ਤੇ ਪੈਰ ਧਰਦੇ ਹੋ ਤੇ ਆਪਣੇ ਆਪ ਜਿਹੜੇ ਨੇ ਉਹ ਫੁੱਲ, ਕੱਲੇ ਫੁੱਲ ਨਹੀਂ ਰਹਿੰਦੇ, ਕੰਡੇ ਨਾਲ ਆਪਣੇ ਆਪ ਉਗਾਉਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨ ਰੂਪਰਾਏ ਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜ ਦਰਿਆ। ਸੋ ਅੱਜ ਫੇਰ ਇੱਕ ਵਾਰ ਰੂਬਰੂ ਹੋਈ ਹਾਂ ਆਪਣਾ ਪ੍ਰੋਗਰਾਮ ਅੰਬਰਾਂ ਦੀ ਉਡਾਰੀ ਲੈ ਕੇ। ਜਿੱਦਾਂ ਕਿ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕੀਤਾ ਸੀ, ਹਰ ਵਾਰ ਇੱਕ ਇੰਸਪੀਰੇਸ਼ਨਲ ਸ਼ਖਸੀਅਤ ਨਾਲ ਤੁਹਾਡੀ ਗੱਲਬਾਤ ਕਰਵਾਇਆ ਕਰਾਂਗੇ ਤੇ ਉਹਨਾਂ ਦੀ ਸਟੋਰੀ ਤੋਂ ਇੰਸਪਾਇਰ ਕਰਨ ਦੀ ਟਰਾਈ ਕਰਾਂਗੇ ਤੁਹਾਨੂੰ ਸਾਰਿਆਂ ਨੂੰ। ਸੋ ਅੱਜ ਮੇਰੇ ਨਾਲ ਬਹੁਤ ਹੀ ਫੇਮਸ ਪੰਜਾਬੀ ਪੋਇਟ ਤੇ ਰਾਈਟਰ ਮੇਰੇ ਨਾਲ ਜੁੜੇ ਆ ਤੇ ਕਾਫੀ ਉਹਨਾਂ ਨੇ ਆਪਣਾ ਨਾਮ ਕਮਾਇਆ, ਅੰਬਰਾਂ 'ਚ ਉਡਾਰੀ ਲਾਈ ਆ ਉਹਨਾਂ ਨੇ ਵੀ। ਸੋ ਉਹਨਾਂ ਦੀ ਉਡਾਰੀ ਦੀ ਕਹਾਣੀ ਸੁਣਦੇ ਆ, ਉਹਨਾਂ ਦੀ ਜ਼ੁਬਾਨੀ ਤੇ ਕਰਦੇ ਆ ਉਹਦਾ ਸਵਾਗਤ। ਲੈਟਸ ਵੈਲਕਮ ਮਨਜੀਤ ਇੰਦਰਾ ਜੀ, ਅੱਜ ਮੇਰੇ ਨਾਲ ਉਹ ਜੁੜੇ ਆ ਤੇ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡਾ? ਬਿਲਕੁਲ ਵਧੀਆ। ਇੰਨੇ ਚਿਰ ਬਾਅਦ, ਮੇਰੇ ਖਿਆਲ ਲਗਭਗ ਸਾਲ ਬਾਅਦ ਆਪਾਂ ਪੂਰੇ ਰੂਬਰੂ ਇੱਕ ਹੋ ਸਾਲ ਰਹੇ ਬਾਅਦ ਹਾਂ। ਆਪਾਂ ਦੁਬਾਰਾ ਇੰਟਰਵਿਊ ਕਰ ਰਹੇ ਹਾਂ। ਪੂਰੇ 1 ਸਾਲ ਬਾਅਦ, 1 ਸਾਲ ਬਾਅਦ। ਉਹ ਦਿਨ ਯਾਦ ਨੇ ਮੈਨੂੰ ਤੁਹਾਡੇ ਕੈਨੇਡਾ ਦੇ ਵਿੱਚ, ਤੁਹਾਡੇ ਲੋਕਾਂ ਦੀ ਮੁਹੱਬਤ, ਬਹੁਤ ਅੱਛਾ ਲੱਗਾ ਮੈਨੂੰ। ਮਿਲਦੇ ਆ ਫਿਰ, ਅੱਛਾ ਟਾਈਮ ਆਉਂਦਾ ਹੈ। ਪਰ ਸਭ ਤੋਂ ਪਹਿਲਾਂ ਤਾਂ ਤੈਨੂੰ ਮੈਂ ਮੁਬਾਰਕ ਦਿੰਦੀ ਆ ਸੁਮਨ, ਕਿ ਤੁਸੀਂ ਅੰਬਰਾਂ ਦੀ ਉਡਾਰੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਪੰਜ ਦਰਿਆ ਆਪਣਾ ਚੈਨਲ ਸ਼ੁਰੂ ਕੀਤਾ ਹੈ। ਸੋ ਬਹੁਤ ਮੁਬਾਰਕਾਂ। ਚਾਹੇ ਇਸ ਕੋਵਿਡ ਨੇ ਸਾਨੂੰ ਇੱਕ ਦੂਜੇ ਤੋਂ ਇੱਕ ਕਿਸਮ ਦਾ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੂੰ ਇਹ ਉਹੀ ਰਾਹ ਜਿਹੜਾ ਬਾਕੀ ਮੇਰੇ ਮਿੱਤਰਾਂ ਦੋਸਤਾਂ ਨੇ ਲੱਭਿਆ ਕਿ ਅਸੀਂ ਆਨਲਾਈਨ ਜਿਹੜੇ ਆ ਹੁਣ, ਉਹ ਚਾਹੇ ਮੈਂ ਇੱਥੇ ਚੰਡੀਗੜ੍ਹ 'ਚ ਬੈਠੀ ਹਾਂ ਤੇ ਤੁਸੀਂ ਕੈਨੇਡਾ 'ਚ ਬਰੈਂਪਟਨ 'ਚ ਬੈਠੇ ਹੋ, ਤੇ ਅਸੀਂ ਏਦਾਂ ਹੀ ਆ ਕਿ ਜਿਵੇਂ ਪਹਿਲਾਂ ਅਸੀਂ ਗੱਲਾਂ ਜ਼ਿਆਦਾ ਕਰਦੇ ਸੀ। ਨਜ਼ਦੀਕ ਆ ਗਏ। ਹਾਂ ਹਾਂ ਹਾਂ। ਹੈਨਾ? ਸੋ ਇਹ ਸਾਇੰਸ ਦੀ ਉਪਲਬਧੀ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਯੂਜ਼ ਕਰ ਰਹੇ ਹਾਂ। ਸੋ ਤੈਨੂੰ ਬਹੁਤ ਮੁਬਾਰਕਾਂ। ਥੈਂਕ ਯੂ ਵੈਰੀ ਮਚ। ਤੁਹਾਡਾ ਆਪਣਾ ਚੈਨਲ ਆ, ਤੁਹਾਡਾ ਆਪਣਾ ਗॉड ਪ੍ਰੋਗਰਾਮ ਆ। ब्लेस यू, गॉड ब्लेस यू ऑलवेज। आई ਮੈਨੂੰ लव यू। ਲੱਗਿਆ ਕਿ ਤੁਸੀਂ ਵੀ ਕਾਫੀ ਪੜ੍ਹ ਪੜ੍ਹੀ ਆ, ਕਾਫੀ ਬੁੱਕਸ ਲਿਖੀਆਂ, ਪਿੱਛੇ ਵੀ ਦਿਖ ਰਹੀਆਂ ਸਾਨੂੰ ਤੇ ਕਾਫੀ ਤੁਹਾਡੇ ਕੋਲ ਕਾਫੀ ਕੁਝ ਸਿੱਖਣ ਨੂੰ ਮਿਲਦਾ। ਸੋ ਮੈਂ ਅੱਜ ਸੋਚ ਰਹੀ ਸੀ ਕਿ ਉਹ ਨਾ ਆਪਣੇ ਹੋਰ ਲੇਡੀਜ਼ ਨੂੰ ਇੰਸਪਾਇਰ ਕਰੀਏ ਤੁਹਾਡੀ ਇਸ ਕਹਾਣੀ ਨਾਲ, ਕਿ ਤੁਸੀਂ ਕਿੱਦਾਂ ਸਟਾਰਟਿੰਗ ਕੀਤੀ ਸੀ ਤੇ ਕੀ ਔਕੜਾਂ ਤੁਹਾਨੂੰ ਆਈਆਂ, ਤੇ ਆਪਣੀ ਕਹਾਣੀ ਥੋੜੀ ਜਿਹੀ ਸਾਡੇ ਨਾਲ ਥੋੜਾ ਬਹੁਤਾ ਸ਼ੇਅਰ ਕਰੋ, ਇੰਸਪਾਇਰ ਕਰੋ ਕਿ ਅੱਜ ਦੀ ਡੇਟ 'ਚ ਤੁਸੀਂ ਕਿੱਦਾਂ ਲੱਗਦੇ ਹੋ ਕਿ ਲੇਡੀਜ਼ ਦਾ ਜਿਹੜੀ ਵੈਲਿਊ ਘਟੀ ਆ, ਵਧੀ ਆ, ਜਾਂ ਜਿਹੜੀ ਉਹਨਾਂ ਦੀ ਸੋਸਾਇਟੀ 'ਚ ਕੀ ਉਹਨਾਂ ਦਾ ਰੋਲ ਚੱਲ ਰਿਹਾ ਇਸ ਟਾਈਮ ਤੇ, ਤੁਹਾਨੂੰ ਕਿੱਦਾਂ ਦਾ ਫੀਲ ਲੱਗ ਰਿਹਾ? ਸੁਮਨ, ਗੱਲ ਇਹ ਹੈ ਕਿ ਵੀ ਮੈਂ ਕਿੱਦਾਂ ਲਿਖਣਾ ਸ਼ੁਰੂ ਕੀਤਾ, ਮੈਨੂੰ ਕਿੰਨੀਆਂ ਔਕੜਾਂ ਆਈਆਂ? ਮੈਨੂੰ ਕੋਈ ਔਕੜ ਨਹੀਂ ਆਈ। ਮੈਂ ਪਹਿਲਾਂ ਵੀ ਬੜੀ ਬਾਰ ਕੈਨੇਡਾ ਵੀ ਕਿਹਾ, ਕਈ ਜਿਹੜੀ ਵੀ ਇੰਟਰਵਿਊ ਕੋਈ ਲੈਂਦਾ ਮੈਨੂੰ ਪੁੱਛਦੇ ਨੇ ਵੀ ਤੁਸੀਂ ਕਿੱਦਾਂ ਆ। ਮੇਰਾ ਤਾਂ ਘਰ ਪਰਿਵਾਰ, ਇੱਕ ਮੈਂ ਬਹੁਤ ਪੜ੍ਹੇ ਲਿਖੇ ਪਰਿਵਾਰ ਦੀ ਕੁੜੀ ਹਾਂ। ਹਾਂਜੀ ਹਾਂਜੀ। ਤੋ ਉਹ ਪੜ੍ਹੇ ਲਿਖੇ, ਹੁਣ ਮਾਂ ਮੇਰੀ ਉਸ ਵੇਲੇ ਦੀ ਮਿਊਜ਼ਿਕ ਦੀ ਵਿਸ਼ਾਰਦ MA ਸੀ, ਫਾਦਰ ਮੇਰੇ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਸਨ, ਕਾਮਰੇਡ ਸੀ। ਮਾਂ ਮੇਰੀ ਬਹੁਤ ਰਿਲੀਜੀਅਸ ਸੀ, ਘਰ 'ਚ ਬੜੀਆਂ ਕਿਤਾਬਾਂ ਹੁੰਦੀਆਂ ਸੀ, ਮਿਊਜ਼ਿਕ ਹੁੰਦਾ ਸੀ। ਇਸ ਕਰਕੇ ਮੇਰੇ ਲਈ ਦਿੱਕਤ ਇਹ ਆਈ ਕਿ ਘਰ ਦੇ ਕਹਿੰਦੇ ਸੀਗੇ, ਮਾਂ ਮੇਰੀ ਖਾਸ ਤੌਰ ਤੇ ਕਹਿੰਦੀ ਸੀ ਵੀ ਤੂੰ ਪੜ੍ਹ, ਇਹ ਫਾਲਤੂ ਕਿਤਾਬਾਂ ਫੇਰ ਪੜ੍ਹੀ। ਉਹ ਨਾਨਕ ਸਿੰਘ ਦੇ ਨਾਵਲਾਂ ਨੂੰ, ਦਲੀਪ ਕੌਰ ਟਿਵਾਣਾ ਨੂੰ, ਅਮਰਤਾ ਪ੍ਰੀਤਮ ਦੀ ਸ਼ਾਇਰੀ ਨੂੰ, ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਇਰੀ, ਮਤਲਬ ਉਹ ਕਹਿੰਦੀ ਸੀ ਵੀ ਇਹ ਤੇਰੇ ਵੇਲੇ ਦੀਆਂ ਗੱਲਾਂ ਨੇ।
ਤੋ ਜਦੋਂ ਇਹ ਵਿਹਲੇ ਵੇਲੇ ਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ, ਜਿਸ ਚੀਜ਼ ਤੋਂ ਤੁਸੀਂ ਬੱਚੇ ਨੂੰ ਵਰਜਦੇ ਹੋ ਤੇ ਬੱਚਾ ਵਰਜ ਨਹੀਂ ਹੁੰਦਾ। ਫਿਰ ਉਹ ਕਹਿੰਦਾ ਵੀ ਕੀ ਗੱਲ ਹੈ, ਕੀ ਹੈ। ਸੋ ਮੈਂ, ਤੁਸੀਂ ਵੀ ਕੀਤਾ ਹੋਏਗਾ, ਮੈਂ ਆਪਣੀ ਫਿਜ਼ਿਕਸ ਦੀ ਕਿਤਾਬ ਚ ਲੁਕੋ ਕੇ ਨਾਨਕ ਸਿੰਘ ਦੇ ਨਾਵਲ ਪੜ੍ਹੇ, ਅਮਰਤਾ ਪ੍ਰੀਤਮ ਦੀ ਸ਼ਾਇਰੀ ਪੜ੍ਹੀ, ਤੋ ਮੁੜ ਕੇ ਕਿਤੇ ਫਿਰ ਫੁੱਲ ਸਟਾਪ ਨਹੀਂ ਲੱਗਾ। ਤੋ ਮੈਂ 7ਵੀਂ ਚ ਪੜ੍ਹਦੀ, ਮੈਂ ਆਪਣਾ ਧੰਨਵਾਦ ਕਰਦੀ ਹਾਂ ਆਪਣੇ ਟੀਚਰ, ਮੇਰੇ ਪੰਜਾਬੀ ਟੀਚਰ ਹੁੰਦੇ ਸਨ। ਤੋ ਉਹਨਾਂ ਨੇ ਮੈਨੂੰ ਸਭ ਤੋਂ ਪਹਿਲੀ ਵਾਰ ਮੇਰਾ ਇੱਕ ਆਰਟੀਕਲ ਸੀ, ਲੇਖ ਸੀਗਾ, ਇਹ ਮੇਰੇ ਪਿਆਰੇ ਵਤਨ, ਕਿਉਂਕਿ ਮੇਰੇ ਵੇਲੇ ਮੈਂ ਬਹੁਤ ਵਾਰ ਜ਼ਿਕਰ ਕਰਦੀ ਹਾਂ ਕਿ ਮੇਰੀ ਸਕੂਲਿੰਗਸ ਵੇਲੇ ਜਿਹੜਾ ਸੀਗਾ ਉਹ ਜੰਗਾਂ ਯੁੱਧਾਂ ਦਾ ਵਕਤ ਸੀਗਾ। ਸਨ 62 ਚ ਚੀਨ ਦੀ ਲੜਾਈ ਹੋ ਗਈ, 65 ਚ ਪਾਕਿਸਤਾਨ ਨਾਲ ਲੜਾਈ ਹੋ ਗਈ, 70 ਚ ਫੇਰ ਲੜਾਈ ਹੋ ਗਈ। ਸੋ ਆਰਾਮ ਵਾਲਾ ਮੇਰੇ ਵੇਲੇ ਨਹੀਂ ਸੀ। ਥੋੜੀ ਜਿਹੀ ਸੁਰਤ ਆਈ, ਐਮਰਜੈਂਸੀ ਲੱਗ ਗਈ, ਆਪਣੀ ਗੱਲ ਕਹਿ ਨਹੀਂ ਸਕਦੇ, ਆਪਣੀ ਗੱਲ ਲਿਖ ਨਹੀਂ ਸਕਦੇ, ਵਿਥਿਆ ਨਹੀਂ ਕਰ ਸਕਦੇ, ਤੋ ਦਿੱਕਤਾਂ ਦੇ ਵਿੱਚ ਜਿਵੇਂ ਆ। ਫਿਰ ਆ ਕੇ 84 ਆਇਆ, ਤੁਸੀਂ ਸੋਚ ਨਾ ਸਕਦੇ ਹੋ ਵੀ 84 ਚ ਕੀ ਹੋਇਆ। ਸੋ ਬੀਇੰਗ ਅ ਵੂਮਨ, ਮੈਂ ਆਪਣੇ ਤੌਰ ਤੇ ਕੋਈ ਨਹੀਂ ਉਠਾਇਆ, ਲੇਕਿਨ ਜਦੋਂ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਜਵਾਨੀ ਦੀ ਦਹਲੀਜ਼ ਤੇ ਪੈਰ ਧਰਦੇ ਹੋ ਤੇ ਆਪਣੇ ਆਪ ਜਿਹੜੇ ਨੇ ਉਹ ਫੁੱਲ, ਕੱਲੇ ਫੁੱਲ ਨਹੀਂ ਰਹਿੰਦੇ, ਕੰਡੇ ਨਾਲ ਆਪਣੇ ਆਪ ਉਗਾਉਂਦੇ ਨੇ। ਸੋ ਮੇਰੇ ਰਾਹਾਂ ਦੇ ਵਿੱਚ ਵੀ ਕੰਡੇ ਉੱਗੇ, ਉਹਨਾਂ ਕੰਡਿਆਂ ਦੀ ਚੋਭ ਅਜੇ ਤੱਕ ਮੇਰੇ ਜ਼ਿਹਨ ਵਿੱਚ, ਮੇਰੇ ਦਿਲ 'ਚ ਹਲੇ ਵੀ ਹੈਗੀ ਹੈ। ਪਾਤਲੀਆਂ 'ਚ ਹੈਗੀ, ਹੋਣੀ ਸੀਗੀ ਕਿ ਜਿਨ੍ਹਾਂ ਕੰਡਿਆਂ ਦੀ ਕੰਡਿਆਲੀਆਂ ਧਰਤੀ ਦੇ ਉੱਤੇ ਮੈਂ ਤੁਰੀ ਹਾਂ। ਲੇਕਿਨ ਇਹ ਇੱਕ ਔਰਤ ਦੇ ਵੱਸ 'ਚ ਹੋਣਾ ਚਾਹੀਦਾ ਹੈ ਕਿ ਉਹ ਕਿਹਦੇ ਨਾਲ ਜੁੜ ਰਹੀ ਹੈ, ਉਹਨੂੰ ਉਹ ਕਿੰਨੀ ਕੁ, ਉਹ ਇੰਨੀ ਸਸਤੀ ਨਾ ਹੋ ਜਾਏ ਕਿ ਉਹਨੂੰ ਹਰ ਬੰਦਾ ਕਹੇ ਵੀ ਠੀਕ ਹੈ, ਜਿੱਧਰ ਕਿਹਾ ਜਿਹਦੇ ਨਾਲ ਲੱਗੀ ਗੱਲੀ ਤੇ ਉਹਦੇ ਨਾਲ ਹੀ ਉੱਠ ਚੱਲੀ। ਨਹੀਂ, ਇਹ ਨਹੀਂ ਹੋਣਾ ਚਾਹੀਦਾ। ਮੇਰੇ ਵੇਲਿਆਂ 'ਚ ਨਾ ਤਾਂ ਉਹ ਇੰਨਾ ਸੀਗਾ ਕਿ ਮੀਡੀਆ ਨਹੀਂ ਸੀ, ਟੀਵੀ ਨਹੀਂ ਸੀ, ਸਿਰਫ ਰੇਡੀਓ ਹੁੰਦਾ ਸੀ। ਰੇਡੀਓ ਵੀ ਸਾਰਾ ਦਿਨ ਨਹੀਂ ਸੀ ਚੱਲਦੇ, ਜਿਵੇਂ ਹੁਣ ਤਾਂ ਚੈਨਲ ਬੜੇ ਨੇ, ਸਾਰਾ ਦਿਨ ਸੰਗੀਤ ਚੱਲਦਾ, ਸਾਰਾ ਦਿਨ। ਉਸ ਵੇਲੇ ਟਾਈਮ ਸਿਰ ਹੁੰਦਾ ਸੀ, ਸਵੇਰ ਦੀ ਸਭਾ ਹੁੰਦੀ ਸੀ, ਜਲੰਧਰ ਰੇਡੀਓ ਹੁੰਦਾ ਸੀ। ਤੋ ਤਾਮਿਲੇ ਇਰਸ਼ਾਦ ਹੁੰਦੇ ਸੀ, ਗੀਤ ਰਾਤ ਨੂੰ ਸੁਣਦੇ ਸੀ ਅਸੀਂ, ਪੁਰਾਣੇ ਪੁਰਾਣੇ ਗੀਤ ਸੁਣਦੇ ਸੀ। 5 ਵਜੇ ਦੇਸ਼ ਪਿਆਰ ਦੇ ਗੀਤ ਆਉਂਦੇ ਸੀ ਰੇਡੀਓ ਦੇ ਉੱਤੇ, ਉਹ ਮੇਰੇ ਮਾਤਾ ਪਿਤਾ ਲਿਖਦੇ ਸੀ, ਯਾਦ ਕਰਾਉਂਦੇ ਸੀ। ਮੈਂ ਆਪਣੀ ਅਸੈਂਬਲੀ ਵਿੱਚ ਰੋਜ਼ ਇੱਕ ਨਵਾਂ ਗੀਤ ਪੜ੍ਹਦੀ ਸੀ। ਸੋ ਦੈਟਸ ਹੁਣ ਤੁਸੀਂ ਮੈਨੂੰ ਸਵਾਲ ਕੀਤਾ ਕਿ ਮੈਨੂੰ ਇਸ ਕਰਕੇ ਮੈਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਤੋ ਹਾਂ, ਕੁੜੀਆਂ ਐਸੀਆਂ ਵੀ ਨੇ ਜਿਨ੍ਹਾਂ 'ਚ ਮੇਰੀਆਂ ਸਹੇਲੀਆਂ ਵੀ ਸ਼ਾਮਲ ਹੋਣਗੀਆਂ, ਬਹੁਤ ਸਾਰੀਆਂ, ਜਿਨ੍ਹਾਂ ਨੂੰ ਘਰੋਂ ਬਾਹਰ ਪੈਰ ਪੱਟਣ ਦਾ ਨਹੀਂ ਸੀ ਹੈਗਾ, ਜਿਨ੍ਹਾਂ ਨੂੰ ਪੜ੍ਹਨ ਦੀ ਉਹ ਆਗਿਆ ਨਹੀਂ ਸੀ। ਤੋ ਪਰ ਕਿਉਂਕਿ ਮੈਨੂੰ ਇੰਨਾ ਵੀ ਨਹੀਂ ਸੀ ਕਿ ਮੈਂ ਬਹੁਤ ਜ਼ਿਆਦਾ, ਕਿਉਂਕਿ ਮੈਂ ਕਿਸੇ ਇੱਕ ਜਗ੍ਹਾ ਦੇ ਉੱਤੇ ਬਹੁਤ ਦੇਰ ਟਿਕੀ ਨਹੀਂ। ਕਿਵੇਂ ਨਹੀਂ ਟਿਕੀ ਕਿ ਮੇਰੇ ਪਿਤਾ ਦੀ ਬਦਲੀ 5 ਸਾਲ ਹੋਣੇ, 5 ਸਾਲ ਬਾਅਦ ਟਰਾਂਸਫਰ ਹੋ ਜਾਣੀ ਕਿਤੇ, ਕਿਉਂਕਿ ਇੱਕ ਮੇਰੇ ਫਾਦਰ ਮੇਰੇ ਟੀਚਰ ਰਹੇ, ਮੇਰੇ ਹੈਡਮਾਸਟਰ ਰਹੇ, ਮੇਰੇ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਰਹੇ, ਮੇਰੇ ਬੌਸ ਰਹੇ। ਮੈਂ ਉਹਨਾਂ ਅੰਡਰ ਕੰਮ ਵੀ ਕੀਤਾ, ਮੈਂ ਪੜ੍ਹੀ ਵੀ ਹਾਂ ਤਾਂ ਉਹਨਾਂ ਦਾ ਅੰਡਰ ਕੰਮ ਵੀ ਕੀਤਾ। ਆਪਣਾ ਐਜ਼ ਟੀਚਰ ਮੈਂ ਸ਼ੁਰੂ ਕੀਤਾ ਸੀਗਾ। ਉਹਨਾਂ ਦਿਨਾਂ ਵਿੱਚ ਹੈਡਮਾਸਟਰਾਂ ਕੋਲ, ਪ੍ਰਿੰਸੀਪਲਾਂ ਕੋਲ ਬੜੀਆਂ ਪਾਵਰਸ ਹੁੰਦੀਆਂ ਸੀ। ਅੱਜ ਕੱਲ੍ਹ ਤਾਂ ਪਾਵਰਸ ਹੈ ਨਹੀਂ। ਅੱਜ ਕੱਲ੍ਹ ਤਾਂ ਪਾਵਰ ਡੀਓ ਕੋਲ ਜਾਂ ਡੀਪੀਆਈ ਕੋਲ ਵੀ ਹੈ ਨਹੀਂ ਗਿਆ। ਅੱਜ ਕੱਲ੍ਹ ਤਾਂ ਪਾਵਰ ਸਾਰੀਆਂ ਮਿਨਿਸਟਰਾਂ ਕੋਲ ਚਲੀਆਂ ਗਈਆਂ ਨੇ। ਸੋ ਮੈਂ ਆਪਣੇ ਸਕੂਲ ਦੇ ਵਿੱਚ 10ਵੀਂ ਦਾ ਇਮਤਿਹਾਨ ਦਿੱਤਾ, ਫਿਰ ਪੜ੍ਹਾਇਆ। ਫਿਰ ਜਦੋਂ ਗ੍ਰੈਜੂਏਸ਼ਨ ਕੀਤੀ, ਜਿਹੜੇ ਇਮਤਿਹਾਨ ਦਿੱਤਾ, ਇਮਤਿਹਾਨ ਤੋਂ ਬਾਅਦ ਜਿਹੜੇ 3 ਕੁ ਮਹੀਨੇ ਹੁੰਦੇ ਸੀ, ਮੈਂ ਉਹ ਪੜ੍ਹਾਉਂਦੀ ਹੁੰਦੀ ਸੀ। ਤੋ ਇਸ ਤਰ੍ਹਾਂ ਨਾਲ ਸੋ ਮੈਂ ਪੜ੍ਹੀ ਆ, ਕਰਿਆ, ਮੈਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਕਿਉਂਕਿ ਤੁਹਾਡਾ ਪਰਿਵਾਰ ਹੀ ਸਾਰਾ ਪੜ੍ਹਿਆ ਲਿਖਿਆ ਸੀਗਾ, ਸਾਰੇ ਉੱਥੇ ਪੜ੍ਹਾਈ, ਹਾਂ, ਮੰਮੀ ਵੀ ਪੜ੍ਹੇ ਲਿਖੇ ਸੀ ਉਸ ਟਾਈਮ 'ਚ। ਹਾਂਜੀ। ਮਤਲਬ ਇਸ ਕਰਕੇ ਤੁਹਾਨੂੰ ਪੜ੍ਹਨ ਦੀ ਤਾਂ ਆਜ਼ਾਦੀ ਸੀ, ਤਾਂ ਉਸ ਟਾਈਮ ਤੁਸੀਂ ਕਹਿੰਦੇ ਕਿ ਕਈਆਂ ਨੂੰ ਤਾਂ ਪੜ੍ਹਾਈ ਵੀ ਨਹੀਂ ਮਿਲਦੀ ਸੀ ਪੜ੍ਹਨ ਨੂੰ, ਹਨਾ ਵੀ। ਹਾਂ, ਨਹੀਂ ਮੈਂ ਪੜ੍ਹਾਉਂਦੇ ਸੀ, ਨਹੀਂ ਪੜ੍ਹਾਉਂਦੇ ਸੀ। ਮੈਂ ਤੁਹਾਨੂੰ ਫਿਰ ਵੀ ਕਹਿੰਦੇ ਆ ਕਿ ਮੈਨੂੰ ਸਿਲੇਬਸ ਤੋਂ ਐਕਸਟਰਾ ਕਿਤਾਬਾਂ ਪੜ੍ਹਨ ਲਈ ਉਚੇਚ ਕਰਨੀ ਪੈਂਦੀ ਸੀ, ਚੋਰੀ ਵੀ ਕਰਨੀ ਪੈਂਦੀ ਸੀ।
ਸੋ ਇਹ ਹਰੇਕ ਨਾਲ ਹੀ ਹੁੰਦਾ ਹੈ। ਮਾਂ-ਬਾਪ ਅਸੀਂ ਵੀ ਆਪਣੇ ਬੱਚਿਆਂ ਨੂੰ ਜੇ ਹੁਣ ਕਹੀਏ ਤਾਂ ਕਹਿੰਦੇ ਆ ਵੀ ਨਹੀਂ 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 ਨਹੀਂ, ਆਪਣੇ ਸਿਲੇਬਸ ਦੀ ਪੜ੍ਹਾਈ ਤੋਂ ਬਿਨਾਂ ਬਾਕੀ ਪੜ੍ਹਾਈ ਨਹੀਂ ਕਰਨੀ। ਅਸੀਂ ਇਕੁਅਲੀ ਕਰਦੇ ਹਾਂ। ਹਾਂ, ਤੁਸੀਂ ਵੀ ਕਹਿੰਦੇ ਹੋਵੋਗੇ ਵੀ ਨਹੀਂ ਬੱਚੇ ਸਿਲੇਬਸ ਜ਼ਿਆਦਾ ਜ਼ਰੂਰੀ ਹੈ। ਸੋ ਇਸ ਤਰ੍ਹਾਂ ਦਾ ਪਰ ਇਹ ਆ ਕਿ ਹਰੇਕ ਦੀ ਆਪਣੀ ਆਪਣੀ ਸੁਭਾਅ ਹੁੰਦਾ ਬੱਚਿਆਂ ਦਾ, ਹਨਾ। ਹਾਂ, ਕਿ ਜਿਵੇਂ ਨਹੀਂ ਤੁਸੀਂ ਮੈਂ ਕਹਿੰਦੇ ਹੋ ਵੀ ਤਾਂ ਅੱਜ ਦੀਆਂ ਕੁੜੀਆਂ ਨੂੰ ਬਹੁਤ ਖੁੱਲ੍ਹ ਹੈ, ਬੜੀ ਖੁੱਲ੍ਹ ਹੈ, ਬਹੁਤ ਖੁੱਲਾ, ਹਾਂਜੀ। मीडिया है, सारा कुछ है, तो उस खुल ਦਾ ਬਹੁਤ ਸਾਰੇ ਮੈਂ ਦੇਖਿਆ ਕਿ ਨਜਾਇਜ਼ ਫਾਇਦਾ ਵੀ ਲਿਆ ਜਾ ਰਿਹਾ ਹੈ। ਰੋਕਣ ਟੋਕਣ ਵਾਲਾ ਕੋਈ ਨਹੀਂ ਹੈ। ਇਹ ਤਾਂ ਕੁੜੀਆਂ ਨੇ ਦੇਖਣਾ ਆ ਕਿ ਅਸੀਂ ਕੀ ਕਰਨਾ ਹੈ। ਜਿਹੜੀ ਜ਼ਿੰਦਗੀ ਹੈ ਬੜੀ ਨਾਜ਼ੁਕ ਹੈ, ਹਾਂਜੀ, ਇਹ ਸੌਖੀ ਨਹੀਂ ਹੈ। ਜਿਹੜੇ ਰਿਸ਼ਤੇ ਨਿਭਾਉਣੇ ਨੇ ਉਹ ਸੌਖੇ ਨਹੀਂ ਹੈਗੇ। ਸਹੀ। ਤੋ ਤੁਸੀਂ ਕਿਹਦੇ ਨਾਲ ਰਿਸ਼ਤਾ ਗੰਢਣ ਲੱਗੇ ਹੋ, ਇਹ ਵੀ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਨੇ। ਜੋ ਕਹੇ ਵੀ ਜੀ ਮੈਨੂੰ ਪਤਾ ਨਹੀਂ ਲੱਗਾ, ਪਤਾ ਕਿਉਂ ਨਹੀਂ ਲੱਗਾ, ਸਭ ਕੁਝ ਪਤਾ ਲੱਗਦਾ ਹੁੰਦਾ। ਸੋ ਇਸ ਤਰ੍ਹਾਂ ਨਾਲ ਮੈਂ ਤਾਂ ਕੁੜੀਆਂ ਨੂੰ ਇਹੀ ਕਹੇ, ਮੇਰਾ ਇੱਕ ਸ਼ੇਅਰ ਸੀਗਾ ਕਿ ਗੈਰਾਂ ਦੇ ਮੋਢਿਆਂ ਦਾ ਆਸਰਾ ਨਾ ਲੋੜੀਏ, ਆਪਣੇ ਭਰੋਸੇ ਵਿੱਚ ਕਾਂਜੀ ਕਾਹਨੂੰ ਕੋਲੀਏ। ਸੋ ਮੈਂ ਇਸ ਤਰ੍ਹਾਂ ਨਾਲ ਸੋਚਦੀ ਹਾਂ। ਤੁਸੀਂ ਕਿਵੇਂ ਸੋਚਦੇ ਹੋ ਮੈਨੂੰ ਕਿ ਨਹੀਂ ਪਤਾ। ਆਪਣੇ ਤੇ ਭਰੋਸਾ ਰੱਖੋ ਤੇ ਪਤਾ ਰੱਖੋ ਕਿ ਤੁਸੀਂ ਕਿੱਥੇ ਹੋ, ਕੀ ਕਰ ਰਹੇ ਹੋ, ਤੇ ਹਾਂ, ਕਿਹਦੇ ਨਾਲ ਤੁਸੀਂ ਕੀ ਕਰਨਾ ਤੁਸੀਂ ਚਾਹੁੰਦੇ ਹੋ। ਫਿਰਦੇ ਹੋ, ਹਨਾ। ਇਹ ਚੀਜ਼ਾਂ ਦੇਖਣ ਵਾਲੀਆਂ, ਹਨਾ। ਜ਼ਿੰਦਗੀ 'ਚ ਉੱਪਰ ਉੱਠਣ ਵਾਸਤੇ ਕਾਫੀ ਕੁਛ ਤੁਹਾਨੂੰ ਸੋਚਣਾ ਪੈਂਦਾ ਨਾ ਵੀ ਪੜ੍ਹਾਈ ਤਾਂ ਚਲੋ ਅਸੀਂ ਕਹਿੰਦੇ ਹਾਂ ਕਿ ਪੜ੍ਹਨਾ ਲਿਖਣਾ ਵੀ ਜ਼ਰੂਰੀ ਆ ਕੁੜੀਆਂ ਵਾਸਤੇ, ਅੱਜ ਕੱਲ੍ਹ ਪੜ੍ਹਾਈ ਵੀ ਕਰਨ, ਪਰ ਜਿਹੜੀ ਇੱਕ ਕੀ ਕਹਿੰਦੇ ਕਾਮਨ ਸੈਂਸ ਹੁੰਦੀ ਆ, ਹਨਾ, ਉਹ ਵੀ ਡਿਵੈਲਪ ਕਰਨਾ ਪੈਂਦਾ। Common sense is the sense which is not so common. Common sense is not common today. Like yeah. ਹੋਰ ਦੱਸੋ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ? ਦੇਖੋ ਗੱਲ ਇਹ ਹੈ ਕਿ ਜਿਹੜੇ ਰਿਸ਼ਤੇ ਨਾਤੇ ਨਿਭਾਉਣੇ ਕਰਨੇ ਹੁੰਦੇ ਨੇ ਸੌਖੇ ਨਹੀਂ ਹੁੰਦੇ। ਇਹ ਜਿਹੜਾ ਇੱਕ ਮੈਂ ਕਹਿੰਦੀ ਹੁੰਦੀ ਹਾਂ ਵੀ ਜਿਹੜੀ ਕੋਈ ਇਕੱਲੀ ਔਰਤ ਰਹਿੰਦੀ ਹੈ ਕਿਤੇ ਵੀ, ਮੈਂ ਇਕੱਲੀ ਰਹਿੰਦੀ ਹਾਂ, ਮੈਂ ਆਪਣੇ ਆਪ ਨਾਲ ਰਹਿੰਦੀ ਹਾਂ, ਠੀਕ ਹੈ, ਸਾਰੀ ਜ਼ਿੰਦਗੀ। ਕਹਿੰਦੇ ਹੁੰਦੇ ਨੇ ਕਿ ਮੈਂ ਇੱਕ ਨਜ਼ਮ ਦੇ ਵਿੱਚ ਤੁਹਾਨੂੰ ਗੱਲ ਕਹਿਣੀ ਹੈ ਕਿ ਮੇਰੇ ਰਿਸ਼ਤੇ ਮੇਰੇ ਨਾਤੇ ਛਲਾਵੇ ਸਨ, ਮੇਰੇ ਰਿਸ਼ਤੇ ਮੇਰੇ ਨਾਤੇ ਛਲਾਵੇ ਸਨ, ਜਿਨ੍ਹਾਂ ਨੂੰ ਫੜਨ ਖਾਤਰ ਦੌੜਦੀ ਮੈਂ ਹਫ ਗਈ। ਪਤਾ ਨਹੀਂ ਭੋਰ ਦਾ ਤਾਰਾ ਕਦੋਂ ਚੜਿਆ ਕਦੋਂ ਡੁੱਬਿਆ, ਮੇਰੇ ਚੇਤੇ 'ਚ ਰਹਿ ਗਈ ਲਟਕਦੀ ਹੋਈ ਲੀਕ ਲੰਮੀ ਟੁੱਟਦੇ ਹੋਏ ਉਸ ਤਾਰੇ ਦੀ। ਗੁੰਨੀ ਸੀ ਅਜ਼ਲ ਦੇ ਹੱਥ ਨੇ ਤ੍ਰੀਮਤ ਦੀ ਮਿੱਟੀ ਤੋਮਤਾਂ ਦੀ ਲੱਪ ਕਾਲਖ ਵਿੱਚ, ਤੇ ਇਸ ਇਲਜ਼ਾਮ ਦੀ ਉਮਰਾ ਬੜੀ ਲੰਬੀ। ਵਫਾ ਦੇ ਸਿਰ ਚੜੀ ਤੋਮਤ ਨਾ ਕਿਧਰੇ ਇਹ ਸਮਝ ਬੈਠੇ ਕਿ ਹੁਣ ਇਸ ਭਾਰ ਦੇ ਹੇਠਾਂ ਇਹ ਉਮਰਾ ਦਲੀ ਤੇ ਮਿੱਦੀ ਫਿਰ ਕਿਸੇ ਦਾ ਰਾਹ ਤੱਕੇਗੀ। ਇਹਨਾਂ ਰਿਸ਼ਤਿਆਂ ਦੀ ਮੌਤ ਦੇ ਮਾਤਮ 'ਚ ਡਿੱਗਣਗੇ ਜੇ ਅਣਚਾਹੇ ਜਿਹੇ ਦੋ ਚਾਰ ਟੇਪੇ ਜ਼ਖਮੀ ਕੋਇਆਂ 'ਚੋਂ, ਤਾਂ ਵੀ ਅੰਤਰ ਮਨ ਦੇ ਸਿਰ ਸ਼ਾਂਤ ਸਰਵਰ ਵਿੱਚ ਜ਼ਰਾ ਹਿਲਜੁਲ, ਜ਼ਰਾ ਥਰਕਣ, ਜ਼ਰਾ ਜੁੰਬਸ਼, ਜ਼ਰਾ ਹਰਕਤ ਨਾ ਹੋਵੇਗੀ। ਕੋਈ ਸੁੰਦਰਾਂ ਕਿਉਂ ਤੜਪੇ ਕਿਉਂ ਭਟਕੇ ਕਿਸੇ ਥਿੜਕੇ ਹੋਏ ਰੂਹ ਦੇ ਗਰੀਬ ਜੋਗੜੇ ਪਿੱਛੇ। ਮੇਰੇ ਰਿਸ਼ਤੇ ਮੇਰੇ ਨਾਤੇ ਛਲਾਵੇ ਸਨ, ਜਿਨ੍ਹਾਂ ਨੂੰ ਫੜਨ ਖਾਤਰ ਦੌੜਦੀ ਮੈਂ ਹਫ ਗਈ। ਸੋ ਇਹ ਰਿਸ਼ਤੇ ਨੇ, ਇਹਨਾਂ ਪਿੱਛੇ ਦੌੜਨਾ, ਇਹਨਾਂ ਪਿੱਛੇ ਭੱਜਣਾ, ਇਹ ਬੜਾ ਔਖਾ ਆ। ਫੜ ਕੇ ਤੁਸੀਂ ਕਿਸੇ ਰਿਸ਼ਤੇ ਨੂੰ ਕਿਸੇ ਨੂੰ ਆਪਣੇ ਕੋਲ ਬਿਠਾ ਨਹੀਂ ਸਕਦੇ, ਆਪਣੇ ਜ਼ਿਹਨ ਤੇ ਜਰਦੇ ਹੋ ਸਾਰਾ ਦੁੱਖ ਉਹ। ਤੋ ਇਹ ਮੇਰਾ ਖਿਆਲ ਹੈ ਇਹ ਜਰਨਾ ਇਹ ਔਰਤ ਦੇ ਹਿੱਸੇ ਆਇਆ। ਇਹ ਕੁਦਰਤ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਨਿਯਮ ਸ਼ਾਇਦ, ਕਿ ਮੈਂ ਕਹਿੰਦੀ ਹੁੰਦੀ ਵੀ ਔਰਤ ਜਿਹੜੀ ਹੈ ਇੱਕ ਧਰਤੀ ਵਰਗੀ ਹੈ। ਸਭ ਕੁਝ ਸਹਿਣਾ, ਜਿਵੇਂ ਆਪਾਂ ਧਰਤੀ ਨੂੰ ਮਾਰਦੇ ਕੁੱਟਦੇ ਹਾਂ, ਧਰਤੀ ਨੂੰ ਹਲ ਚਲਾਉਂਦੇ ਹਾਂ, ਉਹਦੇ ਵਿੱਚ ਫਿਰ ਵੀ ਉਹ ਸਾਨੂੰ ਸੀ ਨਹੀਂ ਕਰਦੀ, ਦੁੱਖ ਦਿੰਦੇ ਆ, ਲਤਾੜਦੇ ਆ, ਉਹ ਸਾਨੂੰ ਅੰਨ ਦਿੰਦੀ ਹੈ, ਠੀਕ ਹੈ। ਜਿਸ ਦੇ ਧਰਤੀ ਜਿਹੜੀ ਹੈਗੀ ਹੈ ਉਹ ਮਾਂ, ਔਰਤ ਦਾ ਜਾਂ ਰੁਤਬਾ ਮੈਂ ਉਸ ਧਰਤੀ ਵਰਗਾ ਮਾਂ ਵਰਗਾ, ਮਾਂ ਹੈ ਔਰਤ, ਮਾਂ ਹੋਣਾ ਔਰਤ ਦਾ ਬੜੀ ਵੱਡੀ ਗੱਲ।
ਔਰਤ ਇੱਕ ਮਾਂ ਹੈ। ਸੋ ਔਰਤ ਨੂੰ ਜਿਹੜੇ ਸਾਡੇ ਸਮਾਜ ਵਿੱਚ ਆਪਣੇ ਆਪ ਦੀ ਅਹਿਮ ਨੂੰ ਬਰਕਰਾਰ ਰੱਖਣਾ ਔਰਤ ਲਈ ਬਹੁਤ ਜ਼ਰੂਰੀ ਹੈ। ਸੋ ਤੁਸੀਂ ਇਹਨੂੰ ਕਿੱਦਾਂ ਸੋਚਦੇ ਹੋ, ਉਹ ਮੈਨੂੰ ਤੁਸੀਂ ਦੱਸੋ। ਹਾਂ, ਜਿੱਥੇ ਤੁਸੀਂ ਅਹਿਮ ਦੀ ਗੱਲ ਕੀਤੀ, ਅਹਿਮ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਲੋਕ ਸਹਿਣ ਸ਼ਕਤੀ ਤਾਂ ਸਾਡੇ 'ਚ ਆਲਰੇਡੀ ਕਾਫੀ ਰੱਬ ਨੇ ਕੁੱਟ-ਕੁੱਟ ਕੇ ਭਰੀ ਆ। ਕਈ ਵਾਰੀ ਅਸੀਂ ਸਹਿਣ ਬਹੁਤ ਕੁਝ ਕਰ ਲਈਦਾ ਕਿ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪਰ ਆਪਣਾ ਅਹਿਮ ਬਣਾ ਕੇ ਰੱਖਣਾ ਵੀ ਜ਼ਰੂਰੀ ਆ, ਕਿ ਜਿਹੜੀ ਸੈਲਫ ਰਿਸਪੈਕਟ ਜਿਹਨੂੰ ਕਹਿੰਦੇ ਹਾਂ ਅਸੀਂ, ਹਨਾ। ਸੈਲਫ ਰਿਸਪੈਕਟ ਇਜ਼ ਬਿਗ ਥਿੰਗ। ਲਾਈਕ ਜੇ ਰਿਸਪੈਕਟ ਹੀ ਜਿੱਥੇ ਹੈਗੀ, ਉੱਥੇ ਫਿਰ ਜਿੱਦਾਂ ਤੁਸੀਂ ਕਹਿੰਦੇ ਰਿਸ਼ਤਿਆਂ ਦੀ ਗੱਲ ਕੀਤੀ ਆ, ਵੀ ਰਿਸ਼ਤੇ ਸਾਂਭ ਕੇ ਨਹੀਂ ਰੱਖੇ ਜਾਂਦੇ। ਜਿਹਨੇ ਤੁਹਾਡੇ ਨਾਲ ਰਹਿਣਾ ਉਹਨੇ ਰਹਿ ਹੀ ਲੈਣਾ, ਹਨਾ। ਫੜ ਕੇ ਤਾਂ ਤੁਸੀਂ ਕਿਸੇ ਨੂੰ ਬੈਠ ਨਹੀਂ ਸਕਦੇ ਕਦੇ ਵੀ। ਸੋ ਤੁਸੀਂ ਕਹਿੰਦੇ ਹੋ ਕਿ ਦੇਖੋ ਤੁਸੀਂ ਗੱਲ, ਇਕੱਲੇ ਰਹਿ ਰਹੇ ਹੋ, ਪਰ ਮੈਨੂੰ ਨਹੀਂ ਲੱਗਿਆ ਤੁਸੀਂ ਇਕੱਲੇ ਹੋ। ਮੈਨੂੰ ਲੱਗਦਾ ਤੁਸੀਂ ਕਿਤਾਬਾਂ ਤੁਹਾਡੇ ਪਿੱਛੇ ਹਜੇ ਵੀ ਦਿਖ ਰਹੀਆਂ, ਨਾਲ ਸੀਗੀਆਂ ਹਮੇਸ਼ਾ। ਦੇਖੋ ਇਹ ਮੇਰਾ ਕਮਰਾ, ਮੇਰੀ ਦੁਨੀਆ ਹੈ, ਜਿਹਦੇ ਵਿੱਚ ਮੈਨੂੰ ਕਦੀ ਲੱਗਾ ਹੀ ਨਹੀਂ ਕਿ ਮੈਂ ਇਕੱਲੀ ਹਾਂ। ਕਦੀ ਵੀ ਨਹੀਂ ਲੱਗਾ ਕਿ ਮੈਂ ਇਕੱਲੀ ਹਾਂ। ਸੋ ਮੇਰੀਆਂ ਜਿਹੜੇ ਇਹ ਅੱਖਰ ਨੇ, ਇਹ ਮੇਰੀਆਂ ਕਿਤਾਬਾਂ ਨੇ, ਇਹ ਮੇਰੀਆਂ ਬਹੁਤ ਵਧੀਆ ਦੋਸਤ ਨੇ। ਜਿਹੜੇ ਤੁਸੀਂ ਦੂਜੇ ਦੋਸਤ ਬਣਾਉਂਦੇ ਹੋ, ਕਈ ਵਾਰ ਰੁੱਸ ਜਾਂਦੇ ਨੇ, ਤੁਹਾਨੂੰ ਹੋਰ ਤਰ੍ਹਾਂ ਨਾਲ ਕੋਈ ਹੁੰਦਾ ਆ। ਇਹ ਕਿਤਾਬਾਂ ਰੁੱਸਦੀਆਂ ਨਹੀਂ ਹੈਗੀਆਂ। ਜਦੋਂ ਜੀ ਚਾਹਿਆ ਉਹਨਾਂ ਨੂੰ ਆਪਣੇ ਕਲਾਵੇ ਚ ਲਿਆ, ਜਦੋਂ ਜੀ ਚਾਹਿਆ ਉਹਨਾਂ ਨਾਲ ਗੱਲਾਂ ਕਰ ਲਈਆਂ। ਮੇਰਾ ਅੱਜ ਕੱਲ ਮੇਰਾ ਪੈਨ, ਉਹ ਅੱਜ ਕੱਲ ਪੈਨ ਜਿਹੜਾ ਆ ਉਂਗਲਾਂ ਲੈਪਟਾਪ ਤੇ ਚਲਦੀਆਂ ਨੇ, ਮੋਬਾਈਲ ਦੇ ਉੱਤੇ ਹੁੰਦਾ ਹੈ। ਖਿਆਲ ਆਇਆ ਤਾਂ ਤੁਸੀਂ ਆਪਣੇ ਆਪ ਨੂੰ ਰਿਕਾਰਡ ਕਰ ਲੈਂਦੇ ਹੋ ਵੌਇਸ ਨੂੰ, ਕਿ ਵੀ ਮੈਂ ਆਹ ਕਹਿਣਾ, ਅੱਧੀ ਰਾਤ ਨੂੰ ਕਿਤੇ ਲੋੜ ਪਈ। ਉਹ ਪੁਰਾਣੇ ਜ਼ਮਾਨੇ ਨਹੀਂ ਰਹੇ। ਮੈਂ ਬੜੀ ਥੈਂਕਫੁਲ ਹੈਗੀ ਹਾਂ ਕਿ ਜਿਹੜਾ ਇਹ ਸਾਇੰਸ ਦੀ ਇੰਨੀ ਤਰੱਕੀ ਨੇ ਘੱਟੋ ਘੱਟ ਸਾਡੇ ਲਈ ਇਹ ਸੌਖਾ ਕਰ ਦਿੱਤਾ ਕਿ ਅਸੀਂ ਆਪਣੇ ਜਿਹੜਾ ਖਿਆਲ ਆਇਆ, ਉਹ ਪਹਿਲਾਂ ਲਾਈਟ ਚਲਾਓ, ਪੈਨ ਚੱਕੋ, ਕਾਗਜ਼ ਚੱਕੋ, ਉਹ ਸਾਰਾ ਖਤਮ ਕਰਤਾ। ਹੁਣ ਤਾਂ ਇਹ ਹੈ ਕਿ ਮੋਬਾਈਲ ਘੁਸਰਾਣ ਪਿਆ ਤੇ ਮੋਬਾਈਲ ਦਾ ਉਹ ਆਪਣਾ ਵੌਇਸ ਰਿਕਾਰਡ ਰੱਖੋ ਤੇ ਹੱਥ ਰੱਖੋ, ਰਿਕਾਰਡ ਕਰੋ, ਤੇ ਤੁਹਾਡੇ ਕੋਲ ਸਾਂਭਿਆ ਜਾਂਦਾ ਕਿ ਇਹ ਮੇਰਾ ਵਿਚਾਰ ਹੈ। ਇਸ ਨੂੰ ਐਲੈਬੋਰੇਟ ਕਰਨਾ, ਕਈ ਵਾਰੀ ਇਹ ਉਸੇ ਵੇਲੇ ਸਾਰੀ ਗੱਲ ਨਜ਼ਮ ਬਣ ਜਾਂਦੀ ਹੈ, ਆਮ ਤੌਰ ਤੇ ਉਸੇ ਵੇਲੇ ਬਣ ਜਾਂਦੀ ਹੈ, ਤੇ ਬਾਅਦ ਚ ਬਣਾਉਣੀ ਤਾਂ ਜੋੜਨ ਵਾਲੀ ਗੱਲ ਹੁੰਦੀ ਹੈ ਨਾ। ਅਸਲ ਤਾਂ ਜਦ ਤੋਂ ਖਿਆਲ ਆਇਆ, ਤੁਸੀਂ ਲਿਖਿਆ। ਔਰ ਮੈਂ ਜਦੋਂ ਏਦਾਂ ਹੁੰਦਾ ਆ, ਮੈਂ ਬੜਾ ਰਿਲੀਵਡ ਮਹਿਸੂਸ ਕਰਦੀ ਹਾਂ ਬਾਅਦ ਚ, ਵੀ ਕਿਆ ਬਾਤ ਹੈ। ਇੱਕ ਹੋਰ ਹੀ ਇੱਕ ਦੁਨੀਆ ਦੀ ਵਿੱਚ ਆਪਣਾ ਕਦਮ ਹੁੰਦਾ ਆ ਕਿ ਮੈਂ ਆਪਣੀ ਨਜ਼ਮ ਕੀਤੀ। ਅੱਜ ਉਹ ਮਨਜੀਤ ਇੰਦਰਾ ਉਸ ਵੇਲੇ ਸ਼ਾਇਰ ਹੈ। ਮਨਜੀਤ ਇੰਦਰਾ ਹਰ ਵੇਲੇ ਤੁਰੀ ਜਾਂਦੀ ਸ਼ਾਇਰ ਨਹੀਂ ਹੈ। ਮਨਜੀਤ ਇੰਦਰਾ ਉਦੋਂ ਸ਼ਾਇਰ ਹੈ ਜਦੋਂ ਮਨਜੀਤ ਇੰਦਰਾ ਲਿਖਦੀ ਹੈ। ਠੀਕ ਹੈ। ਤੋ ਜਿਹੜਾ ਆਪਾਂ ਹੁਣ ਮੇਰੀਆਂ ਨਜ਼ਮਾਂ, ਮੈਂ ਔਰਤ ਦੀ ਕੌਨਸ਼ੀਅਸਨੈਸ ਬਾਰੇ ਗੱਲ ਕੀਤੀ ਹੈ, ਔਰਤ ਦੇ ਅੰਦਰ ਪਰਤ ਦਰ ਪਰਤ ਪਈ ਔਰਤ ਦੀ ਗੱਲ ਕੀਤੀ ਹੈ। ਤੁਹਾਨੂੰ ਲੱਗਦਾ ਹੈ ਕਿ ਵੀ ਜਾਂ ਮੈਂ ਕਹਾਂ ਵੀ ਸੁਮਨ ਰੂਪ ਰਾਏ ਜਿਹੜੀ ਹੈ ਬੈਠੀ ਹੈ, ਉਹਦੀਆਂ ਦੋ ਅੱਖਾਂ ਨੇ, ਹੋਂਠ ਨੇ, ਨੱਕ ਹੈ, ਉਹਦਾ ਰੰਗ ਹੈ, ਉਹਦਾ ਨਹੀਂ। ਸੁਮਨ ਰੂਪ ਰਾਏ ਦੇ ਅੰਦਰ ਔਰਤ ਹੈ, ਇੱਕ ਉਹ ਔਰਤ ਹੈ ਜਿਹਨੂੰ ਉਸ ਰੂਪ ਰਾਏ ਹੀ ਜਾਣਦੀ ਹੈ, ਜਿਹਨੂੰ ਬਹੁਤ ਵਾਰ ਉਹ ਕਿਸੇ ਸਾਹਮਣੇ ਨਹੀਂ ਲੈ ਕੇ ਆਉਂਦੀ। ਤੋ ਔਰਤ ਦੀਆਂ ਤੁਸੀਂ ਉਹਦੇ ਦਰਦ ਦੀ ਪਰਤ ਹੋਰ ਪਰਤ ਹੈ, ਉਹਦੀ ਖੁਸ਼ੀ ਦੀ ਇੱਕ ਪਰਤ ਹੋਰ ਹੈ, ਉਹਦੀ ਚਾਹਨਾ ਦੀ ਪਰਤ ਹੋਰ ਹੈ। ਇਹ ਸਾਰੀਆਂ ਪਰਤਾਂ ਦੇ ਵਿੱਚ ਢਕੀ ਹੋਈ ਔਰਤ ਜਿਹੜੀ ਉੱਪਰ ਦਿਖਦੀ ਹੈ, ਮੈਂ ਉਸ ਨੂੰ, ਜਾਂ ਜਿਵੇਂ ਤੁਸੀਂ ਕਹੋ ਕਿ ਦ੍ਰੋਪਦੀ ਨੂੰ, ਪੁਰਾਣੇ ਜ਼ਮਾਨੇ ਦੇ ਵਿੱਚ, ਮੈਂ ਇੱਕ ਤੇਰੇ ਨਾਲ ਨਜ਼ਮ ਸਾਂਝੀ ਕਰਨੀ ਚਾਹੂੰਗੀ। ਮੇਰੀ ਇੱਕ ਨਜ਼ਮ ਹੈਗੀ ਹੈ ਕਿ ਤੁਸੀਂ ਸਮਝ ਜਾਓਗੇ ਔਰਤ, ਕਿ ਹੇ ਕ੍ਰਿਸ਼ਨ। हाँ हाँ। हे कृष्ण, मैं द्रौपदी पंचाली तेरी कृष्णे, ਜਿਹਦਾ ਤਨ ਅੱਜ ਤੇਰੇ ਹੀ ਦਿੱਤੇ ਕੱਜਣ ਦੇ ਸਪਰਸ਼ ਤੋਂ ਇਨਕਾਰੀ ਹੈ, ਤੇਰੇ ਸਾਹਮਣੇ ਖਲੋਤੀ ਤੈਨੂੰ ਮੁਖਾਤਿਬ ਹਾਂ। ਕਿਹਾ ਵਿਚਾਰ ਸੀ ਸੰਤਾਪ ਜਿਸਨੂੰ ਮੈਂ ਹੰਢਾਇਆ, ਪਰਾਏ ਹੱਥ ਦੁਸ਼ਾਸਨ ਦੇ, ਕਿਹੜੀ ਨਿਰਲੱਜਤਾ ਸੰਗ ਥਾਂ ਕੁਥਾਂ ਫਿਰਦੇ,
ਭਰੀ ਮਹਿਫਿਲ ਚ ਮੈਨੂੰ ਵਾਲੋਂ ਫੜ ਘਸੀਟ ਲਿਆਏ ਸਨ। ਉਦੋਂ ਕਿੱਥੇ ਸੀ ਤੂੰ, ਉਦੋਂ ਕਿੱਥੇ ਸੀ ਤੂੰ, ਤੇ ਅੰਤਿਮ ਕਰਮ ਮੈਨੂੰ ਨਿਰਵਸਤਰਿਤ ਕਰਨਾ। ਜਦੋਂ ਪ੍ਰਵਾਨ ਚੜਾਉਣਾ ਸੀ, ਤੇਰੇ ਵੀ ਜ਼ਿਹਨ ਵਿੱਚ ਜਾਗਿਆ ਕੁਝ ਪੁਰਾਣਾ ਸੀ, ਕਿ ਆਪਣਾ ਲੜ ਪਾੜ ਤੇਰੇ ਲਹੂ ਸਿੰਮ ਦੇ ਪੋਟੇ ਤੇ ਬੰਨਿਆ ਸੀ ਕਦੇ ਜੋ। ਉਸੇ ਮੇਰੇ ਕਰਜ਼ ਦਾ, ਉਸੇ ਮੇਰੇ ਕਰਜ਼ ਦਾ ਤੂੰ ਵੀ ਤਾਂ, ਤੇ ਅੰਤਿਮ ਕਰਨ ਮੈਨੂੰ ਨਿਰਵਸਤਰਿਤ ਕਰਨਾ। ਜਦੋਂ ਪ੍ਰਵਾਨ ਚੜਾਉਣਾ ਸੀ, ਤੇਰੇ ਵੀ ਜ਼ਿਹਨ ਵਿੱਚ ਜਾਗਿਆ ਕੁਝ ਪੁਰਾਣਾ ਸੀ, ਕਿ ਆਪਣਾ ਲੜ ਪਾੜ ਤੇਰੇ ਲਹੂ ਸਿੰਮ ਦੇ ਪੋਟੇ ਤੇ ਜੋ ਬੰਨਿਆ ਸੀ ਕਦੇ ਮੈਂ। ਉਸੇ ਮੇਰੇ ਉਧਾਰ ਦਾ ਤੂੰ ਵੀ ਤਾਂ ਕਰਜ਼ਾ ਚੁਕਾਉਣਾ ਸੀ, ਤੇ ਆਪਣੇ ਭਗਵਾਨ ਹੋਵਣ ਦਾ ਗਾਇਨ ਕਰਵਾਉਣਾ ਸੀ। ਤਦ ਤਦ ਮੇਰੇ ਨੰਗੇ ਨਿਰਵਸਤਰਿਤ ਹੁੰਦੇ ਤਨ ਨੂੰ ਤੂੰ ਦਿੱਤਾ ਸੀ ਸਾਰੇ ਜਗਤ ਦਾ ਕੱਜਣ। ਤੇ ਅੱਜ ਭਰੀ ਮਹਿਫਿਲ ਚ ਮੇਰੇ ਬਦਨ ਨੂੰ ਨਿਰਵਸਤਰਿਤ ਤੱਕ ਕੇ ਬੜਾ ਪ੍ਰਸੰਨ ਦਿਸਦਾ ਹੈ। ਮੇਰਾ ਮਨ ਅੱਜ ਬੜੀ ਦੁਬਦਾ ਚ ਫਸਿਆ ਹੈ। ਹਯਾ ਮੇਰੀ ਦਾ ਪਰਦਾ ਜੋ ਬੜਾ ਬਰੀਕ ਪਰ ਬਲਹੀਣ ਨਹੀਂ, ਮੇਰੇ ਤਨ ਅਤੇ ਜੱਗ ਦੀਆਂ ਨਜ਼ਰਾਂ ਵਿਚਾਲੇ ਤਣਿਆ ਖੜਾ ਹੈ। ਮੇਰੇ ਅਜ਼ਲਾਂ ਦੇ ਇਸ ਪੈਰਨ ਨੂੰ ਤਾਰ ਤਾਰ ਕਰਨਾ ਕਿਸੇ ਦੁਸ਼ਾਸਨੀ ਹੱਥਾਂ ਦੇ ਵੱਸ ਦੀ ਗੱਲ ਨਹੀਂ। ਮੈਂ ਦੁਆਪਰ ਤੋਂ ਕਲਯੁਗ ਤੱਕ ਤੇਰੀ ਲੀਲਾ ਦੀ ਮੁਥਾਜੀ, ਤੇਰੀਆਂ ਮਿਹਰਾਂ ਦਾ ਭਰਮ, ਰੇਤਲੇ ਰਾਹਾਂ ਚ ਕਿਧਰੇ ਕਿਣਕਾ ਕਿਣਕਾ ਘੇਰ ਆਈ ਹਾਂ। ਮੈਂ ਕਿਸੇ ਲਈ ਜਿੱਤ ਦਾ ਤਮਗਾ, ਪੰਜਾਂ ਪਾਂਡਵਾਂ ਲਈ ਹਾਰੀ ਹੋਈ ਇੱਕ ਨਿਗੁਣੀ ਜਿਹੀ ਵਸਤ, ਪੰਜਾਂ ਪਾਣੀਆਂ ਦੀ ਪੱਤ, 68 ਤੀਰਥਾਂ ਦਾ ਪੁੰਨ, ਪੰਜਾਂ ਪੀਰਾਂ ਦੀ ਦੁਆ ਵਰਗੀ ਪੁਨੀਤ, ਪੰਜਾਂ ਤੱਤਾਂ ਦਾ ਸਦੀਵੀ ਸਿਰਜਣਾ ਪ੍ਰਵਾਹ, ਪੰਜਵੇਂ ਵੇਦ ਦਾ ਸੱਤਿ, ਦੁਨੀਆ ਦੀ ਹਰ ਇੱਕ ਬੇਹਯਾਈ ਦਾ ਉਡਣ ਹਾਂ ਕ੍ਰਿਸ਼ਨ। ਸੋ ਇਹ ਜਿਹੜੀਆਂ ਨੇ ਨਜ਼ਮ ਦੇ ਵਿੱਚ ਜਿਹੜਾ ਹੈਗਾ ਆ ਇੱਕ ਸੁਨੇਹਾ ਆ, ਕਿ ਅੱਜ ਦੀ ਔਰਤ ਉਹ ਨਹੀਂ ਹੈ ਕਿ ਜਿਹਨੂੰ ਜਦੋਂ ਮਰਜ਼ੀ ਚਾਹੋ ਤੁਸੀਂ ਦਾਅ ਤੇ ਲਾ ਦਿੰਦੇ ਹੋ, ਜਦੋਂ ਮਰਜ਼ੀ ਚਾਹੋ ਉਹਨੂੰ ਕਹਿੰਦੇ ਹੋ ਸ਼ਿਟ। ਪਰ ਇਹੋ ਅੱਜ ਦੀ ਔਰਤ ਜਾਗਰੂਕ ਹੈ, ਉਹ ਜਾਣਦੀ ਹੈ। ਮੇਰੀ ਕਵਿਤਾ ਦੀ ਔਰਤ ਜਿਹੜੀ ਆ ਉਹ ਕੀ, ਉਹ ਕਹਿੰਦੀ ਹੈ ਕਿ ਮੈਂ ਹੁਣ ਆਪਣਾ ਰਾਹ ਆਪਣੇ ਆਪ ਚੁਣਾਂਗੀ। ਉਹ ਆਪਣਾ ਰਾਹ ਆਪ ਚੁਣਦੀ ਹੈ, ਉਹ ਆਪਣੀ ਮੰਜ਼ਿਲ ਆਪ ਦੇਖਦੀ ਹੈ। ਸੋ ਮੈਂ ਔਰਤ ਨੂੰ ਉਸ ਮੁਕਾਮ ਤੇ ਦੇਖਣਾ ਚਾਹੁੰਦੀ ਹਾਂ। ਉਹ ਪੈਂਡੇ ਜਿਹੜੇ ਨੇ ਬੜੇ ਦੁੱਖਾਂ ਦੀ ਛੱਡ ਆਈ ਆ ਪਿੱਛੇ, ਤੇ ਅੱਜ ਦੀ ਔਰਤ ਬੜੀ ਜਾਗਰੂਕ ਹੈ। ਬਿਲਕੁਲ। ਮੈਂ ਜਿਸ ਟਾਈਮ 'ਚ ਤੁਸੀਂ ਸਾਰਾ ਕੁਝ ਲਾਈਕ ਲਿਖਦੇ ਸੀਗੇ, ਕਰਦੇ ਸੀ, ਜੋ ਵੀ ਕਰਦੇ ਸੀ, ਤੁਸੀਂ ਕਹਿ ਰਹੇ ਸੀ ਸਿਰਫ ਅਖਬਾਰ ਹੁੰਦੇ ਸੀ ਜਾਂ ਕਦੀ-ਕਦੀ ਰੇਡੀਓ ਤੇ ਜਾਣਾ, ਹਨਾ? ਉਹ ਵੀ ਬਹੁਤ ਘੱਟ। ਪਰ ਅੱਜ ਹਾਂ, ਰੇਡੀਓ ਹੀ ਸੀ। ਅੱਜ ਤਾਂ ਅੱਜ ਤੁਸੀਂ ਦੇਖੋ ਨਾ, ਅੱਜ ਤਾਂ ਇੰਨੇ ਚੈਨਲਸ ਨੇ, ਇੰਨੇ ਰੇਡੀਓ ਨੇ, ਇੰਨੇ ਅਖਬਾਰ ਨੇ, ਇੰਨੇ ਉਸ ਵੇਲੇ ਮੈਗਜ਼ੀਨ ਕੀ ਹੁੰਦੇ ਸੀਗੇ, ਕਵਿਤਾ ਹੁੰਦਾ ਸੀ, ਆਰਸ਼ੀ ਹੁੰਦਾ ਸੀ, ਜਨ ਸਾਹਿਤ ਹੁੰਦਾ ਸੀ, ਅੰਗਰੇਜ਼ੀ ਚ ਡਾਈਜੈਸਟ ਹੁੰਦਾ ਸੀ, ਔਰ ਪੰਜਾਬੀ ਦੁਨੀਆ ਹੁੰਦਾ ਸੀ। ਮੇਰਾ ਖਿਆਲ ਹੈ ਜਾਗਰਤੀ ਪੰਜਾਬ ਸਰਕਾਰ ਦਾ ਹਿੰਦੀ ਪੰਜਾਬੀ ਅੰਗਰੇਜ਼ੀ ਚ ਐਡਵਾਂਸ ਸੀ, ਪੰਜਾਬੀ ਹਿੰਦੀ ਚ ਜਾਗਰਤੀ ਸੀ। ਅੱਜ ਤਾਂ ਮੈਗਜ਼ੀਨ ਬੜੇ ਨੇ, ਐਡੀਟਰ ਬੜੇ ਨੇ, ਬੜੀਆਂ ਨੇ, ਲੋਕਾਂ ਨੂੰ ਬੜੀ ਖੁੱਲ੍ਹ ਹੈ, ਲੋਕਾਂ ਕੋਲ ਬੜੀ ਬੜੀ ਮਤਲਬ ਵਿਸਤ੍ਰਿਤ ਜਾਣਕਾਰੀਆਂ ਨੇ। ਅੱਜ ਦੇ ਯੁੱਗ ਵਿੱਚ ਸਾਨੂੰ ਉੱਭਰਨ ਦਾ ਸਮਾਂ ਹੀ ਸਾਡੇ ਕੋਲ ਬਹੁਤ ਹੈ। ਤੋ ਪਰਮਾਤਮਾ ਭਲਾ ਕਰੇ ਤੇ ਅਸੀਂ ਇਹਨੂੰ ਜਿਹੜਾ ਸਾਡਾ ਜਿਹੜਾ ਯੁੱਗ ਨਵਾਂ ਆ ਰਿਹਾ ਹੈ, ਉਹਦੇ ਵਿੱਚ ਜਿੰਨੀਆਂ ਸਾਇੰਸ ਦੀਆਂ ਉਪਲਬਧੀਆਂ ਨੇ, ਉਹਨੂੰ ਮਨੁੱਖ ਚੰਗੇ ਤਰ੍ਹਾਂ ਨਾਲ ਨੈਗੇਟਿਵ ਨਹੀਂ ਪੋਜ਼ਿਟਿਵਲੀ ਯੂਜ਼ ਕਰੇ। ਹਾਲਾਂਕਿ ਨੈਗੇਟਿਵ ਵੀ ਯੂਜ਼ ਹੋ ਰਹੀਆਂ ਨੇ, ਇਹ ਪੋਜ਼ਿਟਿਵਲੀ ਯੂਜ਼ ਹੋ। ਜਿਵੇਂ ਮੈਂ ਪਿਛਲੇ ਦਿਨਾਂ 'ਚ ਦੇਖ ਰਹੀ ਸੀ ਕਿ ਕਿਸੇ ਕੁੜੀ ਨੂੰ, ਅੱਗੇ ਵੀ ਕਹਿੰਦੇ ਸੀ ਵੀ ਕੁੜੀ ਨੂੰ ਬਦਨਾਮ ਕਰਨ ਦਾ ਕੀ ਹੁੰਦਾ ਹੈ, ਕਹਿੰਦੇ ਵੀ ਛੱਡ ਪਰੇ, ਉਹਦੀ ਕੀ ਗੱਲ ਕਰਨੀ ਹੈ, ਇੰਨਾ ਹੀ ਬਹੁਤ ਹੁੰਦਾ। ਉਹ ਮੈਂ ਕਿਤੇ ਦੇਖਿਆ ਕਿ ਵੀ ਦੇਖ ਰਹੀ ਸੀ ਵੀ ਕਿਸੇ ਕੁੜੀ ਦੇ
ਉਹ ਬੋਡੀ ਕਿਸੇ ਦੀ ਆ, ਫੇਸ ਕਿਸੇ ਦਾ ਆ, ਕੁੜੀ ਦਾ ਸਤਿਆਨਾਸ਼ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਉਪਲਬਧੀਆਂ ਨੇ ਸਾਇੰਸ ਦੀਆਂ, ਉਹਨੂੰ ਇਸ ਤਰ੍ਹਾਂ ਨਾਲ ਯੂਜ਼ ਕਰਨਾ ਗਲਤ। ਮੈਂ ਫਿਰ ਕਹਿੰਦੀ ਹਾਂ ਕਿ ਇਹ ਮੁੰਡਿਆਂ ਨੂੰ, ਮਰਦ ਸਮਾਜ ਨੂੰ ਸਮਝਣਾ ਪਏਗਾ ਕਿ ਔਰਤ ਪੈਰ ਦੀ ਜੁੱਤੀ ਨਹੀਂ ਹੈ, ਔਰਤ ਉਹਨਾਂ ਦੇ ਬਰਾਬਰ ਦਾ ਇੱਕ ਹਿੱਸਾ ਆ। ਇਹ ਔਰਤ ਮਰਦ ਇੱਕ 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 ਗੱਡੀ ਦੇ ਦੋ ਪਹੀਏ ਨੇ ਜਿਹੜੇ ਨਾਲ ਨਾਲ ਚੱਲਣਗੇ। ਆਮ ਤੌਰ ਤੇ ਦੇਖਿਆ ਗਿਆ, ਸਾਡੀਆਂ ਮਾਵਾਂ ਤੋਂ ਦੱਸਦੇ ਹੁੰਦੇ ਸੀ, ਸਾਡੀਆਂ ਦਾਦੀਆਂ, ਕਿ ਉਹ ਕਹਿੰਦੇ ਨੇ ਵੀ ਪਹੀਏ ਚੱਲਦੇ ਸੀਗੇ ਪਰ ਉਹ ਮਿਲਦੇ ਕਿਤੇ ਨਹੀਂ ਸੀ। ਅੱਜ ਦਾ ਜ਼ਮਾਨਾ ਬਦਲ ਗਿਆ, ਉਹ ਪਹੀਏ ਮਿਲਦੇ ਨੇ ਜੇ ਪਰ ਉਹ ਛੇਤੀ ਟੁੱਟ ਵੀ ਜਾਂਦੇ ਨੇ, ਵਿਗੜ ਜਾਂਦੇ ਨੇ। ਇੱਕ ਵੀ ਪਹੀਆ ਗਿਆ ਤੇ ਕਹਾਣੀ ਖਤਮ ਹੋ ਗਈ। ਸੋ ਇਹ ਸਾਰੀਆਂ ਨਾ ਵਫਾ ਔਰਤ ਦੇ ਹਿੱਸੇ ਦੀ ਗੱਲ ਹੈ, ਨਾ ਬੇਵਫਾਈ ਮਰਦ ਦੇ ਹਿੱਸੇ। ਦੋਨੋਂ, ਕਦੀ ਮਰਦ ਮਰਦਾ ਹੈ, ਕਦੀ ਔਰਤ ਮਰਦੀ ਹੈ। ਠੀਕ ਹੈ, ਇਹ ਦੋਨਾਂ ਨੂੰ ਇੱਕ ਦੂਜੇ ਨੂੰ ਅੰਡਰਸਟੈਂਡ ਕਰਕੇ ਚੱਲਣਾ ਪਊਗਾ। ਇਹ ਜਿਹੜੀ ਗ੍ਰਸਤੀ ਹੈ, ਇਹ ਸਮਾਜ ਹੈ, ਸਾਡਾ ਪਰਿਵਾਰ ਹੈ, ਇਹ ਤਾਂ ਹੀ ਚੱਲ ਸਕਦਾ ਆ ਜੇ ਮਰਦ ਤੇ ਔਰਤ ਇੱਕ ਦੂਜੇ ਨੂੰ ਸਮਝਦੇ ਹੋਏ, ਇੱਕ ਦੂਜੇ ਨੂੰ ਦੀ ਅੰਡਰਸਟੈਂਡਿੰਗ ਦੇ ਨਾਲ, ਆਪਣੇ ਪਰਿਵਾਰ ਨੂੰ ਲੈ ਕੇ, ਆਪਣੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੱਲਦੇ ਆ, ਤਾਂ ਇਹ ਜਿਹੜਾ ਹੈਗਾ ਆ, ਅਸੀਂ ਜ਼ਿੰਦਗੀ ਦੀ ਜਿਹੜੀ ਰੇਸ ਜਿਹੜੀ ਹੈਗੀ ਹੈ, ਉਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਹਦੇ 'ਚ ਔਰਤ ਦੀ ਜ਼ਿੰਮੇਵਾਰੀ ਨਹੀਂ ਹੈ, ਮਰਦ ਦੀ ਜ਼ਿੰਮੇਵਾਰੀ। ਮੇਰਾ ਖਿਆਲ ਹੈ ਕਿ ਜਿਵੇਂ ਆਪਾਂ ਗੱਲਾਂ ਕਰੀ ਜਾ ਰਹੇ ਹਾਂ, ਗੱਲਾਂ ਚੋਂ ਗੱਲਾਂ ਨਿਕਲੀ ਜਾਣੀਆਂ। ਸੁਮਨ, ਬੜੀਆਂ ਗੱਲਾਂ ਨਿਕਲਦੀਆਂ ਨੇ ਕਿ ਨਿੱਕੇ ਨਿੱਕੇ ਕੁੜੀਆਂ ਦੇ ਰੇਪ ਹੋ ਰਹੇ ਨੇ। ਕਿਸੇ ਵੱਡੀ ਦਾ ਰੇਪ ਵੱਡੀ ਹੋਵੇ ਤਾਂ ਅਸੀਂ ਸਮਝ ਸਕਦੇ ਹਾਂ ਵੀ ਭਾਈ ਉਹਦੀ ਮਰਜ਼ੀ ਹੋਊਗੀ, ਉਹ ਮਰਜ਼ੀ ਨਾਲ ਚਲੀ ਗਈ ਹੈ। ਪਰ ਜਿਹੜੀ 5 ਸਾਲ ਦੀ ਬੱਚੀ, 10 ਸਾਲ ਦੀ ਬੱਚੀ, 2 ਸਾਲ ਦੀ ਬੱਚੀ ਨਾਲ ਰੇਪ ਕਰਦੇ ਨੇ, ਉਹ ਕੀ ਕਰਦੇ ਨੇ, ਕਿੱਥੇ ਚਾਹੁੰਦੇ ਨੇ ਉਹ? ਇਸ ਲਈ ਇਸ ਸੋ ਕਾਲਡ ਮਰਦ ਸਮਾਜ ਨੂੰ ਇਹ ਆਪਣੀ ਜਿਹੜੀ ਆਪਣੇ ਅੰਦਰ ਬਲਦੇ ਭਾਂਬੜ ਨੇ, ਕਾਹਦੇ ਲਈ ਨੇ? ਤੁਹਾਡੀਆਂ ਬੱਚੀਆਂ ਨਹੀਂ ਹੈਗੀਆਂ। ਸੋ ਔਰਤ ਨੂੰ ਇੱਕ ਉਹ ਰਸਤਾ ਦਿਓ, ਇੱਕ ਉਹ ਪਾਹਾ ਦਿਓ, ਇੱਕ ਪਗਡੰਡੀ ਦਿਓ ਜਿੱਥੇ ਉਹ ਆਜ਼ਾਦੀ ਦੇ ਨਾਲ ਆਪਣਾ ਸਿਰ ਉੱਚਾ ਕਰ ਸਕੇ, ਕੱਲੀ ਜਾ ਸਕੇ। ਮੈਂ ਕਹਿੰਦੀ ਹੁੰਦੀ ਹਾਂ ਕਿ ਵੀ ਮੈਂ ਆਪਣੇ ਆਪ ਨੂੰ ਬੜਾ ਬੋਲਡ ਸਮਝਦੀ ਹਾਂ, ਪਰ ਜਦੋਂ ਰਾਤ ਦਾ ਘੁੱਪ ਹਨੇਰਾ ਹੁੰਦਾ, ਕੋਈ ਕੱਲੀ ਕਾਰੀ ਜਗ੍ਹਾ ਹੁੰਦੀ ਹੈ, ਮੇਰੇ ਵਰਗੀ ਮਨਜੀਤ ਇੰਦਰਾ ਵੀ ਉਨਾ ਹੀ ਡੋਲਦੀ ਹੈ ਜਿੰਨੀ ਕੋਈ ਹੋਰ ਕੁੜੀ ਡੋਲਦੀ ਹੋਵੇ। ਕਿਉਂ? ਕਿ ਔਰਤ ਦੇ ਸਰੀਰ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਜੇ ਕੁਛ ਵੀ ਸਹਿਣਾ ਆ, ਉਹ ਬੰਦਾ ਇੱਕਦਮ ਬਚ ਕੇ ਨਿਕਲ ਜਾਏਗਾ। ਜੋ ਕੁਛ ਵੀ ਸਹਿਣਾ ਉਹ ਤਾਂ ਔਰਤ ਨੇ ਸਹਿਣਾ ਆ। ਸੋ ਇਸ ਸਮਾਜ ਵਿੱਚ ਮੈਂ ਬਾਰ-ਬਾਰ, ਮੇਰੀਆਂ 2 ਕਿਤਾਬਾਂ ਨੇ, ਇੱਕ ਤੂੰ ਆਵਾਜ਼ ਮਾਰੀ ਹੈ ਦੇ ਵਿੱਚ ਮੈਂ ਕਵਿਤਾ 'ਚ ਨਾਵਲ ਲਿਖਣ ਦਾ ਯਤਨ ਕੀਤਾ ਆ, ਆਰਸੀ ਨੇ ਛਾਪੀ ਉਹ, ਕਿ ਉਹ 'ਚ ਮੈਂ ਇੱਕ ਕੁੜੀ ਨੂੰ ਪਿੱਛੇ ਹਟਾਇਆ ਵੀ ਨਹੀਂ ਬੀਬਾ, ਇਸ ਰਾਹ ਦੇ ਤੂੰ ਕੀ ਲੈਣਾ, ਤੂੰ ਪਿੱਛੇ ਹਟ। ਲੇਕਿਨ ਮੈਂ ਬੜੀ ਡਿਸਟਰਬ ਹੋਈ ਸੀ ਤੇ ਫਿਰ ਮੈਂ ਕਿਤਾਬ ਲਿਖੀ ਸੀਗੀ ਅਲਖ, ਮਰਦ ਵੱਲੋਂ ਪੋਇਟਰੀ ਹੈ। ਤੇ ਮੈਂ ਸੋਚਿਆ ਸੀ ਵੀ ਕੀ ਕਰਾਂ, ਜੇ ਮੈਂ ਲਿਖਦੀ ਵੀ ਤੂੰ ਏਦਾਂ ਦਾ, ਤੂੰ ਏਦਾਂ ਦਾ, ਤਾਂ ਉਹ ਕਹਿਣਾ ਸੀ ਜੀ ਇਹ ਤਾਂ ਬੰਦਿਆਂ ਨੂੰ ਭੰਡ ਰਹੀ ਹੈ। ਮੈਂ ਫਿਰ ਕਿਹਾ ਵੀ ਕੀ ਹੋ ਸਕਦਾ। ਫਿਰ ਮੈਂ ਸੋਚਿਆ ਵੀ ਜੇ ਸਾਰੀ ਗੁਰਬਾਣੀ ਇਸ ਜੀਵ ਇਸਤਰੀ ਦੇ ਰੂਪ 'ਚ ਲਿਖੀ ਜਾ ਸਕਦੀ ਹੈ, ਸ਼ਿਵ ਕੁਮਾਰ ਬਟਾਲਵੀ ਆਪਣੀ ਕਵਿਤਾ ਜਿਹੜੀ ਹੈ ਉਹ ਇਸਤਰੀ ਬਣ ਕੇ ਲਿਖ ਸਕਦਾ ਹੈ, ਜਾਂ ਜਿੰਨੇ ਸਾਡੇ ਸੂਫੀ ਫਕੀਰ ਹੋਏ ਨੇ ਉਹਨਾਂ ਨੇ ਔਰਤ ਰੂਪ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, ਮੇਰਾ ਰਾਂਝਣ ਮੈਨੂੰ ਮੋੜ ਦੇ। ਸੋ ਮੈਂ ਫਿਰ ਉਹ ਕਵਿਤਾ ਮਰਦ ਵੱਲੋਂ ਲਿਖੀ ਹੈ ਕਿ ਮੈਂ ਹੈ ਤੇ ਮੈਂ ਏਦਾਂ ਦਾ, ਮੈਂ ਏਦਾਂ ਦਾ। ਉਹਦੇ 'ਚ ਇਹ ਵੀ ਹੈ ਵੀ ਮਰਦ ਨਹੀਂ ਹੈ, ਕੁਝ ਔਰਤਾਂ ਵੀ ਉਸ ਰਾਹ ਪੈ ਗਈਆਂ ਨੇ ਤੇ ਫਿਰ ਮਰਦਾਂ ਦੀ ਥੋੜੀ ਜਿਹੀ ਨੀਂਦ ਹਰਾਮ ਹੁੰਦੀ ਹੈ। ਸੋ ਕਿਤਾਬਾਂ ਮੇਰੀਆਂ ਦੋਨੋਂ ਪੜ੍ਹਨ ਵਾਲੀਆਂ ਨੇ ਤੇ ਇਸ ਸਮਾਜ ਦੀ ਬਣਤਰ ਔਰ ਬੁਣਤਰ ਨੂੰ ਜਾਣਨ ਵਾਸਤੇ ਜ਼ਰੂਰੀ ਵੀ ਨੇ। ਤਾਂ ਮੈਂ ਇਹੀ ਦੁਆ ਕਰਦੀ ਹਾਂ ਇਸ ਸਮਾਜ ਵਿੱਚ ਰਹਿੰਦੇ ਉਸ ਮਰਦ ਮੁਆਸ਼ਰੇ ਨੂੰ ਤੇ ਔਰਤਾਂ, ਕਿ ਉਹ ਇੱਕ ਦੂਸਰੇ ਨੂੰ ਸਮਝਣ, ਇੱਕ ਦੂਸਰੇ ਨੂੰ, ਬਲਕਿ ਇੱਕ ਦੂਸਰੇ ਦੇ ਪੂਰਕ ਹੋਣ, ਇੱਕ ਦੂਸਰੇ ਦੇ ਰਸਤੇ 'ਚ ਉਹਨੂੰ ਜੇ ਕਿਤੇ ਕੋਈ ਭੁੱਲਿਆ ਭਟਕਿਆ, ਉਹਨੂੰ ਕਹਿਣ ਵੀ ਨਹੀਂ ਬੀਬਾ ਤੂੰ ਕਿੱਧਰ ਤੁਰੀ ਫਿਰਦੀ ਹੈ, ਇੱਧਰ ਇਹ ਰਸਤਾ ਦੇਖੋ। ਤੁਹਾਡੀਆਂ ਅੱਜ ਦੀਆਂ ਔਰਤਾਂ ਵੀ ਨੇ, ਮੈਂ ਦੇਖਿਆ ਕਿ ਆਪਾਂ ਇਹ ਹੁਣ ਗੱਲਾਂ ਕਰ ਰਹੇ ਹਾਂ ਕਿਉਂਕਿ ਇਹ
ਸੁਮਨ ਤੁਹਾਡਾ ਪਹਿਲਾ ਪ੍ਰੋਗਰਾਮ ਹੈ। ਅਸੀਂ ਇਹ ਇੱਕ ਕਿਸੇ ਮੁੱਦੇ ਨਾਲ ਗੱਲ ਨਹੀਂ ਕਰ ਰਹੇ, ਕਿਸੇ ਮੁੱਦੇ ਤੇ ਗੱਲ ਕਰ ਰਹੇ ਹਾਂ। ਅਸੀਂ ਇੱਕ ਇਹ ਜਨਰਲ ਗੱਲਾਂ ਕਰ ਰਹੇ ਹਾਂ। ਉਹਨਾਂ 'ਚ ਮੁੱਦੇ ਤੇ ਗੱਲਾਂ ਅਸੀਂ ਕਰਾਂਗੇ, ਕਿਉਂਕਿ ਇਹ ਚੈਨਲ ਮੈਂ ਸਮਝਦੀ ਹਾਂ ਵੀ ਚੈਨਲ ਮੇਰਾ ਵੀ ਹੈ ਓਨਾ ਹੀ, ਤਾਂ ਅਸੀਂ ਮੁੱਦੇ ਤੇ ਵੀ ਗੱਲ ਕਰਾਂਗੇ, ਕਿਸੇ ਖਾਸ ਸਮੱਸਿਆਵਾਂ ਨੂੰ ਲੈ ਕੇ ਵੀ ਆਪਾਂ ਇਹ ਗੱਲਾਂ ਕਰਾਂਗੇ ਅੱਜ, ਕਿਉਂਕਿ ਅਸੀਂ ਬਿਲਕੁਲ ਆਪਣੀ ਗੱਲਬਾਤ ਦਾ ਜਿਹੜਾ ਵੇਰਵਾ ਹੈਗਾ ਆ, ਗੱਲਬਾਤ ਦਾ ਜਿਹੜਾ ਵਿਸਥਾਰ ਹੈ, ਉਹ ਅਸੀਂ ਕਿਸੇ ਖਾਸ ਮਸਲੇ ਤੇ ਨਹੀਂ, ਇੱਕ ਜਨਰਲ ਜਾਣਕਾਰੀ ਦੇ ਸਾਰਿਆਂ ਲਈ ਹੈਗਾ ਹੈ। ਹਾਂ, ਇਹ ਸਾਰਿਆਂ ਲਈ ਹੈ। ਹਾਂ, ਉਹਦੇ 'ਚ ਇਹ ਹੈ ਕਿ ਵੀ ਆਪਾਂ ਇੱਕ ਦੂਜੇ ਨੂੰ ਅੰਡਰਸਟੈਂਡ ਕਰੀਏ। ਜੇ ਅਸੀਂ ਅੰਡਰਸਟੈਂਡ, ਮੈਂ ਹੁਣ ਦੇਖ ਰਹੀ ਹਾਂ ਕਿ ਬਹੁਤ ਸਾਰੀਆਂ ਔਰਤਾਂ, ਚਾਹੇ ਉਹ ਕਿਸੇ ਕਲਾ ਦੇ ਕਿਸੇ ਖੇਤਰ 'ਚ ਨੇ, ਚਾਹੇ ਉਹ ਕੋਈ ਆਰਟਿਸਟ ਹੈ, ਪੇਂਟਰ ਹੈ, ਚਾਹੇ ਉਹ ਕੋਈ ਸਿੰਗਰ ਹੈ, ਚਾਹੇ ਉਹ ਕੋਈ ਕਵਿਤਰੀ ਹੈ, ਚਾਹੇ ਕੋਈ ਕਹਾਣੀਕਾਰ ਹੈ, ਉਹ ਦੇਖਦੀਆਂ ਨਾ ਵੱਡੇ ਵੱਡੇ ਨਾਂ ਕਿਹੜੇ ਨੇ ਉਹਨਾਂ ਦੇ ਮੋਢਿਆਂ ਤੇ ਸਵਾਰ ਹੁੰਦੀਆਂ ਨੇ। ਤਾਂ ਮੈਂ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਵੀ ਬੀਬਾ ਏਦਾਂ ਨਹੀਂ ਚਾਹੀਦਾ। ਜਾਂ ਬੰਦੇ ਤੇ ਤੈਨੂੰ ਮੈਂ ਇੱਥੇ ਤੱਕ ਤੈਨੂੰ ਆਹ ਕਰ ਦੂੰਗਾ, ਤੇਰਾ ਆਹ ਕਰ ਦੂੰਗਾ, ਐਕਸਪਲੋਇਟੇਸ਼ਨ, ਇਹ ਦੋਨੋਂ ਪਾਸਿਆਂ ਤੋਂ ਖੁਦ ਕਰਵਾਉਂਦੀਆਂ ਲੇਡੀਜ਼, ਮੈਨੂੰ ਨਹੀਂ ਜੇ ਉਹ ਐਕਸਪਲੋਇਟ ਹੋਣ ਨਾ ਤੇ ਬੰਦੇ ਐਕਸਪਲੋਇਟ ਕਰਨ ਨਾ, ਤੇ ਤਾਂ ਮੇਰਾ ਖਿਆਲ ਆ ਕਿ ਸਾਡੀ ਜ਼ਿੰਦਗੀ ਬਹੁਤ ਵਧੀਆ ਹੋ ਸਕਦੀ ਹੈ। ਕਿਉਂਕਿ ਪਾਸਾ ਜਿੱਦਾਂ ਕਿ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਕਹਿ ਕੇ ਹਟਿਆ ਕਿ ਮੈਂ ਬੀਇੰਗ ਮਰਦਾਂ ਦੇ ਲਈ ਲਿਖੀ, ਮਰਦ ਦੀ ਸੋਚ ਦੇ ਨਾਲ ਲਿਖੀ, ਹੈ ਤਾਂ ਆਪਾਂ ਜੇ ਸੋਚੀਏ ਤਾਂ ਅਸੀਂ ਲੇਡੀਜ਼ ਹੋ ਗਏ ਜਾਂ ਬੰਦੇ ਹੋ ਗਏ, ਸਾਰੇ ਹੈ ਤਾਂ ਇਨਸਾਨ ਹੀ ਹੈ ਨਾ। ਹਾਂ, ਇਨਸਾਨੀਅਤ ਦੋਨੋਂ ਕੋਈ ਘਰ ਦੇ ਵਿੱਚ ਸਾਡੇ ਭੈਣ ਭਰਾ ਨਹੀਂ ਹੈਗੇ, ਸਾਡੇ ਮਾਂ ਪਿਓ ਸਾਡਾ ਮਰਦ ਹੈ, ਭਰਾ ਸਾਡਾ ਮਰਦ ਹੈ। ਹਾਂਜੀ ਹਾਂਜੀ, ਬਿਲਕੁਲ ਤੁਸੀਂ ਬਾਕੀ ਇਹ ਵੀ ਹੈ ਕਿ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਠੀਕ ਹੈ, ਕਿਤੇ ਔਰਤਾਂ ਮਾਰਦੀਆਂ ਬੰਦਿਆਂ ਨੂੰ, ਕਿਤੇ ਬੰਦੇ ਔਰਤਾਂ ਨੂੰ ਮਾਰਦੇ ਨੇ। ਇਹ ਰੇਸ ਹੈ ਅੱਜ ਕੱਲ ਦੇ ਜ਼ਮਾਨੇ 'ਚ, ਮੈਂ ਸਮਝਦੀ ਕਿ ਰੇਸ ਹੈ। ਪੁਰਾਣੇ ਜ਼ਮਾਨੇ 'ਚ ਔਰਤਾਂ ਕੁੱਟ ਖਾਈ ਜਾਂਦੀਆਂ ਸੀ, ਚਿੱਤਰ ਖਾਈ ਜਾਂਦੀਆਂ ਸੀ, ਬੈਠੀਆਂ ਰਹਿੰਦੀਆਂ ਸੀ। ਅੱਜ ਕਹਿੰਦੀ ਵੀ ਤੂੰ ਕੌਣ ਹੁੰਦਾ? ਠੀਕ ਹੈ, ਮਾਰਨਾ ਵੀ ਨਹੀਂ ਚਾਹੀਦਾ ਔਰਤ ਨੂੰ ਮਰਨ ਦੇਣ ਲਈ ਛੱਡ ਦੇਣਾ ਕਿਉਂ ਨਹੀਂ ਹੋਣਾ ਚਾਹੀਦਾ। ਇਹ ਆਪਾਂ ਜਿੰਨਾ ਚਿਰ ਔਰਤ ਹੁਣ ਵਿਚਾਰ ਹੀ ਨਹੀਂ ਹੈਗੀ, ਹੁਣ ਉਹਦੇ ਕੋਲ ਸਾਰੇ ਪ੍ਰਿਵਿਲੇਜ ਹੈਗੇ ਆ, ਰਾਈਟਸ ਹੈਗੇ ਆ, ਸਾਰਾ ਕੁਝ ਹੈ। ਪਰ ਇਹ ਹੈ ਵੀ ਜਿੰਨੀ ਸਾਨੂੰ ਮਤਲਬ ਕਿ ਸਾਰਿਆਂ ਨੂੰ ਆਜ਼ਾਦੀ ਮਿਲੀ ਹੈ, ਉਸ ਆਜ਼ਾਦੀ ਦਾ ਅਸੀਂ ਨਜਾਇਜ਼ ਫਾਇਦਾ ਨਾ ਚੱਕੀਏ। ਬਿਲਕੁਲ, ਦੋਨੋਂ ਜਣੇ, ਦੋਨੋਂ ਪਾਸੇ ਚਾਹੀਦਾ। ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਕਈ ਵਾਰੀ ਦਿੰਦੇ ਨੇ, ਬੱਚੇ ਬਾਹਰ ਜਾ ਕੇ ਖੇਡ ਲਾ ਜਾ ਤੂੰ, ਪਰ ਅਸੀਂ ਬੱਚੇ ਨੂੰ ਕਹਾਂਗੇ ਨਾ ਉਹ ਸੜਕ ਤੇ ਨਹੀਂ ਜਾਣਾ ਹੈਗਾ ਤੂੰ, ਆਜ਼ਾਦੀ ਇੰਨੀ ਕਾ ਦੇ ਅੰਕੁਸ਼ ਤਾਂ ਹੁੰਦੇ ਨੇ ਜੀ, ਅੰਕੁਸ਼ ਹੁੰਦੇ ਨੇ, ਇਹ ਅੰਕੁਸ਼ ਲੱਗਣੇ ਵੀ ਚਾਹੀਦੇ ਨੇ। ਜੇ ਤੁਸੀਂ ਅੰਕੁਸ਼ ਨਹੀਂ ਲਾਓਗੇ, ਰੋਕਾਂ ਨਹੀਂ ਲਾਓਗੇ, ਤਾਂ ਫਿਰ ਗੱਲਾਂ ਗੜਬੜ ਹੋਣਗੀਆਂ। ਹਾਂਜੀ, ਅੰਕੁਸ਼ ਹੋਏ ਗੱਲ ਇਹ ਨਾ ਵੀ ਇੱਕ ਜਾਣੇ ਤੇ ਨਹੀਂ ਹੋਣਾ ਚਾਹੀਦਾ। ਉਹ ਜਿੱਦਾਂ ਤੁਸੀਂ ਕਹਿੰਦੇ ਕਿ ਦੋਨਾਂ ਨੂੰ ਪੂਰਕ ਬਣਨਾ ਪੈਣਾ ਇੱਕ ਦੂਸਰੇ ਦੇ, ਤਾਂ ਉਹ ਸੱਚਾਈ ਇਹ ਆ। ਬਿਲਕੁਲ। ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਗੱਲਾਂ ਕਰਕੇ, ਬੜੀ ਦੇਰ ਬਾਅਦ ਮਿਲਣਾ ਹੋਇਆ, ਤਾਂ ਆਈ ਹੋਪ ਕਿ ਆਪਾਂ ਫਿਰ ਦੁਬਾਰਾ ਕਦੀ ਖੁੱਲ ਕੇ ਗੱਲ ਕਰਾਂਗੇ। ਤੁਹਾਡੀ ਹਜੇ ਬਿਲਕੁਲ ਕਰਾਂਗੇ ਅਸੀਂ ਆਪਣੀ, ਅੱਜ ਤੁਸੀਂ ਨਹੀਂ ਅਸੀਂ ਔਰਤ ਦੀ ਸ਼ਾਇਰੀ ਬਾਰੇ ਵੀ ਗੱਲ ਕਰਾਂਗੇ। ਹਾਂਜੀ, ਅਸੀਂ ਔਰਤਾਂ ਕਿਸ ਤਰ੍ਹਾਂ ਦੀ ਸ਼ਾਇਰੀ ਕਰਦੀਆਂ ਨੇ, ਤੇ ਉਹ ਕਿੱਥੇ ਤੱਕ ਪਹੁੰਚੀ, ਕੀ ਕਿਹੜੇ ਉਹਦੀ ਸੋਚ ਕਿੱਥੇ ਉਹਨਾਂ ਨੂੰ ਅੱਗੇ ਲੈ ਕੇ ਗਈ ਹੈ, ਅਸੀਂ ਇਹ ਗੱਲਾਂ ਵੀ ਕਰਾਂਗੇ। ਕਿਉਂਕਿ ਮੈਂ ਚਾਹੁੰਦੀ ਹਾਂ ਇਹ ਇੱਕ ਚੈਨਲ ਜਿਹੜਾ ਹੈਗਾ ਆ, ਉਹ ਘੱਟੋ ਘੱਟ ਸਮੁੱਚੀ ਕਲਾ ਨੂੰ, ਸਾਹਿਤ ਨੂੰ, ਪੰਜਾਬ ਨੂੰ, ਪੰਜਾਬੀਅਤ ਨੂੰ ਅੱਗੇ ਲੈ ਕੇ ਜਾਵੇ। ਜੀਓ ਪੰਜਾਬ, ਸਾਡੀ ਭਾਸ਼ਾ ਜਿਉਂਦੀ ਰਹੇ, ਸਾਡੇ ਕਹਿੰਦੇ ਹੁੰਦੇ ਨੇ ਸਾਡੇ ਕਲਮਕਾਰ ਜਿਉਂਦੇ ਰਹਿਣ, ਕਲਮਾਂ ਨੂੰ ਉਹਨਾਂ ਦੀਆਂ ਨੂੰ ਬੜੀ ਅੱਛੀ ਰੂਹ ਦੀ ਗਿਜ਼ਾ ਮਿਲੇ, ਸ਼ਾਇਰੀ ਮਿਲੇ, ਕਹਾਣੀ ਮਿਲੇ, ਕੁਛ ਵੀ ਮਿਲੇ। ਸੋ ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਅੱਜ ਲਈ ਫਿਰ ਅਸੀਂ ਇੱਥੇ ਚੱਲਦੇ ਹਾਂ, ਹਨਾ, ਅਗਲੀ ਵਾਰ ਕਰਦੇ ਹਾਂ ਕੋਈ ਗੱਲਾਂ ਬਾਤਾਂ ਸ਼ੇਅਰ, ਕੋਈ ਸਪੈਸ਼ਲ ਟੌਪਿਕ ਕਰਾਂਗੇ। ਥੈਂਕ ਯੂ ਤੁਹਾਡਾ, ਬਹੁਤ ਕੀਮਤੀ ਟਾਈਮ ਦਿੱਤਾ ਤੁਸੀਂ, ਕਿਉਂਕਿ ਤੁਸੀਂ ਬਹੁਤ ਬਿਜ਼ੀ ਆ, ਆਈ ਨੋ। ਹੁਣ ਵੀ ਤੁਹਾਡੇ ਕੋਲ ਗੈਸਟ ਆਣੇ ਆ ਤੇ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਅੰਬਰਾਂ ਦੀ ਉਡਾਰੀ ਵਿੱਚ ਅੱਜ ਮਨਜੀਤ ਇੰਦਰਾ ਜੀ ਨਾਲ ਗੱਲਾਂ ਹੋਈਆਂ। ਤੋਂ
ਨੇ ਸਾਨੂੰ ਕਾਫੀ ਕੁਝ ਸਿੱਧਾਂ ਦਿੱਤੀਆਂ ਬਈ ਕੀ ਸਾਨੂੰ ਕਰਨਾ ਚਾਹੀਦਾ ਹੈ ਬੀਇੰਗ ਵੂਮਨ। ਉਹ ਕਿਸ ਤਰ੍ਹਾਂ ਕਰਦੇ ਰਹੇ ਆ ਜਾਂ ਉਹਨਾਂ ਨੇ ਆਪਣੀ ਉਡਾਰੀ ਕਿੱਦਾਂ ਲਗਾਈ। ਸਾਨੂੰ ਸਾਰਿਆਂ ਨੂੰ ਵੀ ਉਹਨਾਂ ਨੇ ਦੱਸਿਆ ਕਿ ਤੁਸੀਂ ਆਪਣੀ ਹੋਂਦ ਨੂੰ ਕਿੱਦਾਂ ਬਰਕਰਾਰ ਰੱਖਣਾ ਤੇ ਆਪਣੀ ਆਜ਼ਾਦੀ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਤੇ ਮਰਦ ਤੇ ਔਰਤ ਦੋਨੋਂ ਪੂਰਕ ਇੱਕ ਦੂਸਰੇ ਦੇ ਹੀ ਸੋਚਣਾ ਚਾਹੀਦਾ ਸਾਨੂੰ ਸਾਰਿਆਂ ਨੂੰ। ਸੋ ਆਈ ਹੋਪ ਤੁਹਾਨੂੰ ਸਾਡੀ ਗੱਲਬਾਤ ਪਸੰਦ ਆਈ ਹੋਏਗੀ ਤੇ ਪਲੀਜ਼ ਡੂ ਸ਼ੇਅਰ ਲਾਈਕ ਐਂਡ ਕਮੈਂਟ ਤੇ ਅਗਲੀ ਵਾਰ ਫਿਰ ਮਿਲਾਂਗੇ ਅੰਬਰਾਂ ਦੀ ਉਡਾਰੀ ਵਿੱਚ ਨਵੇਂ ਗੈਸਟ ਨਾਲ ਤੇ ਨਵੀਂ ਗੱਲਬਾਤ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।